ਕਾਰਯੋਗ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੇਠ ਦਾ ਮਹੀਨਾ ਚੜ੍ਹਿਆ, ਜਿਹਨੂੰ ਕਹਿੰਦੇ ਨੇ ਸੰਗਰਾਂਦ। ਹਿੰਦੀ ਕਹਿੰਦੇ ਸੰਕ੍ਰਾਂਤੀ, ਪੰਜਾਬੀ ਕਹਿੰਦੇ ਸੰਗਰਾਂਦ। ਹਿੰਦੂ ਧਰਮ ਅਨੁਸਾਰ 12 ਰਾਸ਼ੀਆਂ ਹੁੰਦੀਆਂ। ਹਰ ਮਹੀਨੇ ਜਿਹੜਾ ਸੂਰਜ ਹੈ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਜਾਂਦਾ ਹੈ, ਉਹਨੂੰ ਹਿੰਦੀ 'ਚ ਸੰਕ੍ਰਾਂਤੀ ਕਿਹਾ ਜਾਂਦਾ ਹੈ, ਜਿਸ ਨੂੰ ਪੰਜਾਬੀ ਸੰਗਰਾਂਦ ਕਹਿੰਦੇ ਨੇ। ਇਹ 12 ਮਹੀਨਿਆਂ ਬਾਰੇ ਸ਼੍ਰੀ ਗੁਰੂ ਗ੍ਰੰਥ 'ਚ ਪੰਚਮ ਪਾਤਸ਼ਾਹ ਨੇ ਇਹ ਦਰਜ ਕੀਤਾ ਹੈ। ਪੁਰਾਣੇ ਜ਼ਮਾਨੇ 'ਚ ਅੱਖਰਾਂ ਦੇ ਨਾਮ 'ਤੇ ਲਿਖਣ ਦਾ ਰਿਵਾਜ ਸੀ, ਮਹੀਨਿਆਂ ਦੇ ਨਾਮ 'ਤੇ ਲਿਖਣ ਦਾ ਰਿਵਾਜ ਸੀ। ਇਸ ਲਈ ਜਿਹੜਾ ਸੁਨੇਹਾ ਹੈ, ਚਾਹੇ ਚੇਤਰ ਮਹੀਨੇ ਦਾ ਅਤੇ ਚਾਹੇ ਫੱਗਣ ਮਹੀਨੇ ਦਾ, ਸੁਨੇਹਾ ਸਾਰੇ ਸਾਲ ਲਈ ਹੁੰਦਾ, ਹਮੇਸ਼ਾ ਲਈ ਹੁੰਦਾ, ਸਭ ਲਈ ਹੁੰਦਾ ਹੈ। ਸੋ ਅੱਜ ਜੇਠ ਮਹੀਨੇ ਜਿਹੜੇ ਹੈ ਕਥਾ ਹੈ, ਉਹ ਕੁਝ ਸਮਾਂ ਪਹਿਲਾਂ ਕੀਤੀ ਜਾਵੇਗੀ। ਉਸ ਤੋਂ ਬਾਅਦ ਫਿਰ ਆਪਾਂ ਸੁਖਮਨੀ ਸਾਹਿਬ ਦੀ ਅੱਗੇ ਕਥਾ ਕਰਾਂਗੇ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਜੇਠ ਮਹੀਨੇ ਰਾਹੀਂ ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਜੁੜੰਦਾ ਲੋੜੀਐ, ਵੀ ਹਰੀ ਨਾਲ ਜੁੜਨਾ ਚਾਹੀਦਾ ਹੈ। ਹਰੀ ਨਾਲ ਕਿਵੇਂ ਜੁੜਿਆ ਜਾਵੇ? ਉਹਦਾ ਨਾਮ ਜਪ ਕੇ। ਉਹਦਾ ਨਾਮ ਜਪ ਕੇ ਹੀ ਉਸ ਨਾਲ ਜੁੜਿਆ ਜਾ ਸਕਦਾ ਹੈ। ਸੋ ਜੇਠ ਮਹੀਨੇ ਰਾਹੀਂ ਸਾਨੂੰ ਫਰਮਾਨ ਕਰਦੇ ਰਹੇ ਕਿ ਭਾਈ ਹਰੀ ਦੇ ਨਾਲ ਜੁੜਨਾ ਚਾਹੀਦਾ ਹੈ। ਜਿਸ ਅੱਗੇ ਸਭ ਨਿਵੰਨ, ਜਿਸ ਹਰੀ ਦੇ ਅੱਗੇ ਸਾਰੇ ਝੁਕਦੇ ਹਨ। ਨਿਵੰਨ ਨੀਵੇਂ ਹੋਣਾ, ਝੁਕਣਾ। ਪਰਮਾਤਮਾ ਦੇ ਅੱਗੇ ਸਾਰੇ ਝੁਕਦੇ ਨੇ। ਪਰਮਾਤਮਾ ਦੇ ਅੱਗੇ ਕੋਈ ਆਕੜ ਨਹੀਂ ਸਕਦਾ, ਕਿਉਂਕਿ ਉਹ ਸਭ ਤੋਂ ਵੱਧ ਤਾਕਤਵਰ ਹੈ। ਉਹ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਇਸ ਲਈ ਜਿਹਦੇ ਅੱਗੇ ਸਾਰੇ ਝੁਕਦੇ ਨੇ, ਉਸ ਦੇ ਨਾਲ ਜੁੜਨਾ ਚਾਹੀਦਾ ਹੈ। ਹਰ ਸੱਜਣ ਦਾਵਨ ਲੱਗਿਆ, ਕਿਸੇ ਨਾ ਦੇਈ ਬੰਨ। ਦਾਵਨ ਹੁੰਦਾ ਪੱਲੇ, ਆਕੇ ਮੈਂ ਪੱਲੇ ਤੈਂਡੇ ਲਾਗੀ। ਹਰੀ ਸੱਜਣ ਹੈ, ਹਰ ਸੱਜਣ ਹਰੀ ਸੱਜਣ ਹੈ। ਦਾਵਨ ਲੱਗਿਆ, ਜਦੋਂ ਅਸੀਂ ਉਹਨਾਂ ਦਾ ਪੱਲਾ ਫੜ ਲਾਂਗੇ, ਹਰੀ ਦਾ ਓਟ ਆਸਰਾ ਲਵਾਂਗੇ, ਕਿਸੇ ਨਾ ਦੇਈ ਬੰਨ। ਉਹ ਕਿਸੇ ਨੂੰ ਆਗਿਆ ਨਹੀਂ ਦੇਵੇਗਾ ਕਿ ਸਾਨੂੰ ਕੋਈ ਬੰਨ੍ਹ ਸਕੇ। ਹੁਣ ਸਾਨੂੰ ਬੰਨ੍ਹਣਾ ਕਿਸ ਨੇ ਹੈ? ਸਾਡੀਆਂ ਹੀ ਬੁਰਾਈਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਵਿਸ਼ੇ ਵਕਾਰ ਨੇ, ਇਹੀ ਸਾਨੂੰ ਬੰਨ੍ਹਦੇ ਨੇ। ਜਿਵੇਂ ਕਿਸੇ ਨੂੰ ਆਪਾਂ ਬੰਨ੍ਹ ਰਹੀਏ ਤਾਂ ਉਹ ਸਾਡਾ ਗੁਲਾਮ ਹੋ ਜਾਂਦਾ ਹੈ। ਅਵਾਰਾ ਕੁੱਤਾ ਹੈ, ਤੁਸੀਂ ਉਹਨੂੰ ਸੰਗਲੀ ਪਾ ਕੇ ਘਰ 'ਚ ਬੰਨ੍ਹ ਲਿਆ ਹੈ, ਹੁਣ ਉਹ ਤੁਹਾਡਾ ਗੁਲਾਮ ਹੋ ਗਿਆ ਹੈ। ਇਹਨਾਂ ਬੁਰਾਈਆਂ ਨੇ ਸਾਨੂੰ ਗੁਲਾਮ ਕੀਤਾ ਹੋਇਆ ਹੈ। ਇਹ ਜਿਵੇਂ ਕਹਿੰਦੇ ਨੇ ਉਵੇਂ ਸਾਡਾ ਮਨ ਕਰੀ ਜਾਂਦਾ ਹੈ, ਕਿਉਂਕਿ ਜਿਹੜਾ ਮਨੁੱਖ ਹੈ ਇਹ ਮਨ ਤੋਂ ਜ਼ਿਆਦਾ ਕੰਮ ਲੈਂਦਾ, ਮੱਤ ਤੋਂ ਘੱਟ ਲੈਂਦਾ ਹੈ। ਹਾਲਾਂਕਿ ਅਰਦਾਸ ਕਰਦੇ ਹਾਂ, ਸਿੱਖ ਦਾ ਮਨ ਨੀਵਾਂ, ਮੱਤ ਉੱਚੀ। ਮੇਰਾ ਖਿਆਲ ਇਹ ਸਿਰਫ ਅਰਦਾਸ ਲਈ ਰਹਿ ਗਿਆ ਹੈ। ਹੁਣ ਮਨ ਤੇ ਉੱਚਾ ਹੈ, ਮੱਤ ਨੀਵੀਂ ਹੋ ਗਈ ਹੈ ਮਨੁੱਖ ਦੀ। ਅਤੇ ਮਨ ਦੇ ਵਿੱਚ ਜਨਮਾਂ ਜਨਮਾਂਤਰਾਂ ਦੀ ਇਹਨੂੰ ਮੈਲ ਲੱਗੀ ਹੋਈ ਹੈ। ਜਦੋਂ ਮਨ ਮੈਲਾ ਹੈ, ਇਹਦੇ ਵਿੱਚ ਅੱਛੇ ਵਿਚਾਰ ਹੀ ਨਹੀਂ ਆ ਸਕਦੇ। ਇਹਨੇ ਸਾਨੂੰ ਚੰਗੇ ਵਿਚਾਰ ਹੀ ਨਹੀਂ ਦੇਣੇ। ਜਿਵੇਂ ਭੈੜਾ ਬੰਦਾ ਕਦੇ ਤੁਹਾਨੂੰ ਚੰਗੀ ਸਲਾਹ ਨਹੀਂ ਦੇਵੇਗਾ। ਪੀਣ ਵਾਲਾ ਕਦੇ ਵੀ ਨਹੀਂ ਤੁਹਾਨੂੰ ਕਹੇਗਾ ਭਈ ਨਹੀਂ ਪੀਣੀ ਚਾਹੀਦੀ। ਉਹ ਤਾਂ ਕਹਿੰਦਾ ਘੁੱਟ ਘੁੱਟ ਪੀਣੀ ਚਾਹੀਦੀ ਹੈ। ਈਟ, ਡਰਿੰਕ ਐਂਡ ਬੀ ਮੈਰੀ। ਖਾਓ ਪੀਓ, ਮੌਜ ਕਰੋ, ਉਹ ਤਾਂ ਇਹੀ ਕਹੇਗਾ।
ਮਨ ਨੇ ਕਦੇ ਵੀ ਸਾਨੂੰ ਚੰਗੀ ਸਲਾਹ ਨਹੀਂ ਦੇਣੀ, ਕਿਉਂਕਿ ਮਨ ਜਨਮਾਂ ਜਨਮਾਂਤਰਾਂ ਤੋਂ ਮੈਲਾ ਹੈ। ਸਾਨੂੰ ਚੰਗੀ ਸਲਾਹ ਦੇਣੀ ਮੱਤ ਨੇ। ਮੱਤ ਤੋਂ ਮਨੁੱਖ ਕੰਮ ਨਹੀਂ ਲੈਂਦਾ। ਜੇ ਕਿਤੇ ਮੱਤ ਤੋਂ, ਦਿਮਾਗ ਤੋਂ ਬੰਦਾ ਕੰਮ ਲਵੇ ਤਾਂ ਮੱਤ ਆਪੇ ਹੀ ਉਹਨੂੰ ਦੱਸੇਗੀ ਆਹ ਗੱਲ ਠੀਕ ਹੈ, ਆਹ ਗੱਲ ਗਲਤ ਹੈ, ਆਹ ਕੰਮ ਕਰ, ਆਹ ਨਾ ਕਰ। ਇਸ ਲਈ ਮਨੁੱਖ ਮਨ ਦੇ ਅਧੀਨ ਹੈ ਅਤੇ ਮਨ ਦੇ ਵਿੱਚ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ। ਇਸ ਲਈ ਮਨੁੱਖ ਇਹਨਾਂ ਦਾ ਗੁਲਾਮ ਬਣ ਜਾਂਦਾ ਹੈ। ਪਰ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਪਰਮਾਤਮਾ ਦਾ ਪੱਲਾ ਫੜਦਾ ਹੈ, ਉਹਦੀ ਸ਼ਰਨ 'ਚ ਆਉਂਦਾ ਹੈ, ਫਿਰ ਪਰਮਾਤਮਾ ਇਹਨੇ ਕਿਸੇ ਵੀ ਬੁਰਾਈ ਨੂੰ ਆਗੇ ਨਹੀਂ ਦਿੰਦਾ ਕਿ ਉਹ ਸਾਨੂੰ ਬੁਰਾਈ ਬਣ ਸਕੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਸਨ ਪੁਰਾਣੇ ਜ਼ਮਾਨੇ 'ਚ ਜਦੋਂ ਘਰ ਆਮ ਤੌਰ 'ਤੇ ਕੱਚੇ ਹੁੰਦੇ ਸਨ, ਚੋਰ ਸੂਹ ਲੈ ਲੈਂਦੇ ਸਨ ਕਿ ਇਹਨਾਂ ਦਾ ਕੀਮਤੀ ਸਮਾਨ ਕਿਹੜੇ ਕਮਰੇ ਵਿੱਚ ਹੈ। ਫਿਰ ਉਡੀਕ ਕਰਦੇ ਰਹਿੰਦੇ ਸਨ ਕਿ ਕਦੋਂ ਇਹ ਕਮਰਾ ਖਾਲੀ ਹੋਵੇ, ਰਾਤ ਨੂੰ ਇਹ ਦੂਜੇ ਕਮਰੇ 'ਚ ਸੌਣ ਜਾਂ ਕਿਤੇ ਚਲੇ ਜਾਣ। ਉਹ ਲੋਹੇ ਦਾ ਸੱਬਲ ਲਿਆ ਕੇ ਨਾ ਕੰਧ ਦੇ ਵਿੱਚ ਮੋਰੀ ਕਰ ਲੈਂਦੇ ਹੁੰਦੇ ਸਨ। ਉਹਦੇ ਮੋਰੀ ਦੇ ਵਿੱਚੋਂ ਦੀ ਅੰਦਰ ਲੰਘ ਜਾਂਦੇ ਸਨ ਅਤੇ ਕੀਮਤੀ ਸਮਾਨ, ਕੋਈ ਪੈਸਾ, ਕੋਈ ਸੋਨਾ, ਉਹ ਚੱਕ ਕੇ ਉਸ ਮੋਰੀ ਰਾਹੀਂ ਬਾਹਰ ਆ ਜਾਂਦੇ ਸਨ। ਉਹਨੂੰ ਕਹਿੰਦੇ ਨੇ ਸਨ। ਤੀਸਰੇ ਪਾਤਸ਼ਾਹ ਵੀ ਗੋਇੰਦਵਾਲ ਸਾਹਿਬ ਤੋਂ ਕੁਝ ਦਿਨਾਂ ਲਈ ਬਾਸਰ ਕੇ ਆ ਗਏ। ਉਹਨਾਂ ਨੇ ਜਿਸ ਕਮਰੇ 'ਚ ਆਪਣੇ ਆਪ ਨੂੰ ਬੰਦ ਕੀਤਾ, ਬਾਹਰ ਲਿਖ ਦਿੱਤਾ ਵੀ ਜਿਹੜਾ ਸਿੱਖ ਇਹ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਹੀ ਨਹੀਂ। ਬਾਬਾ ਬੁੱਢਾ ਜੀ ਸੰਗਤ ਲੈ ਕੇ ਗਏ, ਅੱਗੇ ਦਰਵਾਜ਼ੇ 'ਤੇ ਪੜਿਆ ਵੀ ਜਿਹੜਾ ਦਰਵਾਜ਼ਾ ਖੋਲ੍ਹੂਗਾ ਸਾਡਾ ਸਿੱਖ ਹੀ ਨਹੀਂ। ਹੁਣ ਬਾਬਾ ਬੁੱਢੇ ਸੋਚਣ ਲੱਗ ਜਾਏ ਵੀ ਕਿਵੇਂ ਕੀਤਾ ਜਾਵੇ। ਫਿਰ ਅੰਦਰੋਂ ਉਹਨਾਂ ਨੂੰ ਖਿਆਲ ਕਿਉਂਕਿ ਬ੍ਰਹਮ ਗਿਆਨੀ ਸਨ, ਉਹਨਾਂ ਨੇ ਲੋਹੇ ਦਾ ਸੱਬਲ ਮੰਗਵਾਇਆ ਅਤੇ ਉਸ ਕਮਰੇ ਦੇ ਪਿਛਲੇ ਪਾਸਿਓਂ ਪਾੜ ਲਾ ਲਿਆ। ਕਮਰੇ 'ਚ ਮੋਰੀ ਕਰ ਲਈ ਹੈ। ਅੰਦਰ ਚਲੇ ਗਏ, ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਪ੍ਰਗਟ ਹੋਵੇ। ਉਹ ਜਿਹੜੀ ਸਨ ਹੈ ਉਸ ਕਰਕੇ ਉਹ ਗੁਰਦੁਆਰੇ ਦਾ ਨਾਮ ਹੀ ਪੈ ਗਿਆ ਸਨ ਸਾਹਿਬ। ਸੋ ਇਸ ਲਈ ਪੁਰਾਣੇ ਜ਼ਮਾਨੇ 'ਚ ਚੋਰ ਸਨ ਲਾ ਲਿਆ ਕਰਦੇ ਸਨ ਅਤੇ ਕੀਮਤੀ ਸਮਾਨ ਲੁੱਟ ਕੇ ਲੈ ਜਾ ਕਰਦੇ ਸਨ। ਅਤੇ ਗੁਰੂ ਮਹਾਰਾਜ ਕਹਿੰਦੇ ਮਾਣਕ ਮੋਤੀ ਨਾਮ ਪ੍ਰਭ। ਪਰਮਾਤਮਾ ਜਿਹੜਾ ਨਾਮ ਹੈ ਨਾ, ਇਹ ਹੀਰੇ ਮੋਤੀਆਂ ਦੀ ਨਿਆਈ ਹੈ। ਭਾਵ ਪਰਮਾਤਮਾ ਦਾ ਨਾਮ ਜਪਣ ਨਾਲ ਸਾਡੇ ਅੰਦਰ ਬੜੇ ਗੁਣ ਪੈਦਾ ਹੋ ਜਾਂਦੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਗੁਰੂ ਦੀ ਸਿੱਖਿਆ ਧਿਆਨ ਨਾਲ ਸੁਣ ਲਈ ਜਾਵੇ ਤਾਂ ਸਾਡੀ ਮੱਤ ਦੇ ਵਿੱਚ ਹੀਰੇ ਰਤਨ ਜਵਾਹਰ ਵਾਲੇ ਗੁਣ ਪੈਦਾ ਹੋ ਜਾਂਦੇ। ਭਾਵ ਅਸੀਂ ਗੁਣਵਾਨ ਹੋ ਜਾਂਦੇ ਹਾਂ। ਹੁਣ ਆਪਾਂ ਗੁਰੂ ਦੀ ਮੱਤ ਸੁਣ ਰਹੇ ਹਾਂ, ਅਗਰ ਅਸੀਂ ਧਿਆਨ ਨਾਲ ਸੁਣ ਲਈਏ ਅਤੇ ਫਿਰ ਇਸ ਨੂੰ ਮੰਨ ਲਈਏ ਤਾਂ ਸਾਡੇ ਅੰਦਰ ਵੀ ਗੁਣ ਪੈਦਾ ਹੋ ਜਾਣਗੇ। ਪਰਮਾਤਮਾ ਦਾ ਨਾਮ ਸਾਡੇ ਅੰਦਰ ਗੁਣ ਪੈਦਾ ਕਰਦਾ ਹੈ, ਔਰ ਗੁਣ ਇੰਨੇ ਕੀਮਤੀ ਨੇ ਜਿੰਨਾ ਮਾਣਕ ਮੋਤੀ ਕੀਮਤੀ ਹੁੰਦੇ ਨੇ। ਜੇ ਤੇ ਆਹ ਮਾਣਕ ਮੋਤੀ ਹੋਣ, ਹੀਰੇ ਮੋਤੀ ਹੋਣ, ਇਹ ਤਾਂ ਚੋਰ ਇਹਨੂੰ ਤੇ ਲਾ ਲੈਂਦੇ ਸਨ। ਚੋਰਾਂ ਨੂੰ ਪਤਾ ਲੱਗ ਜਾਏ ਵੀ ਇਹਨਾਂ ਦੇ ਘਰ 'ਚ ਹੀਰੇ ਮੋਤੀ ਪਏ ਨੇ, ਉਹ ਜਦੋਂ ਮੌਕਾ ਮਿਲੇਗਾ ਉਹ ਚੋਰੀ ਕਰਕੇ ਲੈ ਜਾਣਗੇ। ਪਰ ਪਰਮਾਤਮਾ ਦਾ ਨਾਮ ਐਸਾ ਮਾਣਕ ਮੋਤੀ ਹੈ ਕਿਉਂਕਿ ਇਹ ਗੁਣ ਸਾਡੇ ਅੰਦਰ ਪੈਦਾ ਕਰਦਾ ਅਤੇ ਗੁਣਾਂ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ। ਉਹਨ ਲੱਗਿਆ ਨਾਹੀ ਸਨ। ਸੋ ਉਹਨਾਂ ਗੁਣਾਂ ਨੂੰ, ਮਾਣਕਾਂ ਮੋਤੀਆਂ ਨੂੰ ਕੋਈ ਸੰਨ ਨਹੀਂ ਲਾ ਸਕਦਾ, ਕੋਈ ਚੁਰਾ ਨਹੀਂ ਸਕਦਾ। ਸੰਸਾਰਕ ਧਨ ਚੁਰਾਇਆ ਜਾ ਸਕਦਾ ਹੈ, ਪਰ ਜਿਹੜੇ ਸਾਡੇ ਅੰਦਰ ਰੱਬੀ ਗੁਣ ਹੁੰਦੇ ਨੇ ਉਹ ਨਾ ਚੁਰਾਏ ਜਾ ਸਕਦੇ ਨੇ, ਨਾ ਉਹਨਾਂ ਪਾਣੀ ਰੋੜ ਸਕਦਾ, ਨਾ ਉਹਨਾਂ ਨੂੰ ਅੱਗ ਸੜ ਸਕਦੀ ਹੈ। ਇਸ ਲਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਨਾਮ ਜਪਾਂਗੇ ਸਾਡੇ ਅੰਦਰ ਹੀਰੇ ਮੋਤੀਆਂ ਦੀ ਨਿਆਈ, ਕੀਮਤੀ ਗੁਣ ਪੈਦਾ ਹੋ ਜਾਣਗੇ ਅਤੇ ਉਹਨਾਂ ਗੁਣਾਂ ਨੂੰ ਕੋਈ ਸੰਨ ਨਹੀਂ ਲਾ ਸਕਦਾ, ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਚੁਰਾ ਨਹੀਂ ਸਕਦਾ। ਰੰਗ ਸਭੇ ਨਾਰਾਇਣ
ਜੇਤੇ ਮਨ ਭਾਵਨ। ਰੰਗ ਉਹਦੇ ਮੌਜ ਮੇਲੇ ਖੁਸ਼ੀਆਂ ਖੇੜੇ। ਜਿੰਨੇ ਮਨ ਨੂੰ ਖੁਸ਼ੀਆਂ ਖੇੜੇ ਚੰਗੇ ਲੱਗਦੇ ਨੇ, ਇਹ ਸਭ ਪਰਮਾਤਮਾ ਤੋਂ ਹੀ ਪ੍ਰਾਪਤ ਹੁੰਦੇ ਨੇ। ਪਰਮਾਤਮਾ ਕੋਲ ਸਭ ਪ੍ਰਕਾਰ ਦੀਆਂ ਖੁਸ਼ੀਆਂ ਖੇੜੇ ਹਨ, ਕਿਉਂਕਿ ਪਰਮਾਤਮਾ ਤਾਂ ਹੈ ਹੀ ਆਨੰਦ ਸਰੂਪ। ਪਰਮਾਤਮਾ ਕੋਲ ਕੋਈ ਉਦਾਸੀ ਨਹੀਂ, ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ। ਇਹ ਤਾਂ ਚੀਜ਼ਾਂ ਹੀ ਪਰਮਾਤਮਾ ਕੋਲ ਨਹੀਂ ਹੈਗੀਆਂ। ਪਰਮਾਤਮਾ ਕੋਲ ਤਾਂ ਖੁਸ਼ੀਆਂ ਖੇੜੇ ਹਨ। ਇਸ ਲਈ ਜਿੰਨੇ ਵੀ ਮਨ ਨੂੰ ਖੁਸ਼ੀਆਂ ਖੇੜੇ ਚੰਗੇ ਲੱਗਦੇ ਨੇ, ਉਹ ਸਭ ਪਰਮਾਤਮਾ ਦੇ ਕੋਲ ਨੇ। ਅਤੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਫਿਰ ਉਹ ਪਰਮਾਤਮਾ ਵਾਲੇ ਖੁਸ਼ੀਆਂ ਖੇੜੇ ਸਾਨੂੰ ਆਪਣੇ ਆਪ ਹੀ ਪ੍ਰਾਪਤ ਹੁੰਦੇ ਰਹਿਣਗੇ। ਜੋ ਠਾਕੁਰ ਕਾ ਸੋ ਸੇਵਕ ਕਾ, ਕਹਿੰਦੇ ਜੋ ਮਾਲਕ ਦਾ ਹੁੰਦਾ ਉਹ ਅੱਗੇ ਸੇਵਕ ਦਾ ਹੁੰਦਾ ਹੈ। ਮਾਲਕ ਖੁਸ਼ ਹੋ ਕੇ ਸੇਵਕ ਨੂੰ ਕਈ ਕੁਛ ਦੇ ਦਿੰਦਾ ਹੈ। ਇਸ ਤਰ੍ਹਾਂ ਪਰਮਾਤਮਾ ਜਦੋਂ ਨਾਮ ਜਪਾਂਗੇ, ਸਾਨੂੰ ਪਰਮਾਤਮਾ ਤੋਂ ਖੁਸ਼ੀਆਂ ਖੇੜੇ ਮੌਜਾਂ ਪ੍ਰਾਪਤ ਹੋਣਗੀਆਂ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਇਹ ਜੀ ਇੱਕ ਤਾਂ ਦਾ ਜੱਜਨ ਬਿਹਾਰੀ ਜੀ। ਅੱਜ ਮੇਰਾ ਇਸ ਕੰਮ ਨੂੰ ਜੀ ਨਹੀਂ ਕਰਦਾ, ਵੀ ਮਨ ਨਹੀਂ ਕਰ ਰਿਹਾ। ਇਹ ਕਹਿੰਦਾ ਆਓ ਜੀ, ਬੈਠੋ ਜੀ, ਜਿਹੜਾ ਆਪਾਂ ਸਤਿਕਾਰ ਜੀ ਵਰਤਦੇ। ਇੱਕ ਹੈ ਜੱਜਨ ਬਿਹਾਰੀ ਆੜਾ ਜੀ। ਇਹ ਥੋੜ੍ਹੇ ਲੰਮਾ ਕਰਕੇ ਬੋਲਦਾ ਜੀ। ਇਹਦਾ ਮਤਲਬ ਜੀਵ, ਜੀਵ ਜੰਤੂ, ਜਿੰਨੇ ਵੀ ਜੀਵ ਇਸ ਸੰਸਾਰ 'ਚ ਹਨ, ਉਹਨਾਂ ਕਹਿੰਦੇ ਜੀ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪਰਮਾਤਮਾ ਚਾਹੁੰਦਾ ਹੈ ਉਹੀ ਕਰਦਾ ਹੈ, ਅਤੇ ਜੋ ਉਹ ਚਾਹੁੰਦਾ ਹੈ ਉਹੀ ਜੀਵ ਕਰਦੇ ਹਨ। ਜੀਵ ਵੀ ਉਹੀ ਕੰਮ ਕਰਦੇ ਨੇ ਜੋ ਪਰਮਾਤਮਾ ਚਾਹੁੰਦਾ, ਅਤੇ ਜੋ ਪਰਮਾਤਮਾ ਚਾਹੁੰਦਾ ਹੈ ਉਹ ਆਪ ਕਰ ਸਕਦਾ ਹੈ, ਇਹਨਾਂ ਜੀਵਾਂ ਤੋਂ ਕਰਵਾ ਸਕਦਾ ਹੈ। ਇਸ ਲਈ ਉਹਨੂੰ ਕਹਿੰਦੇ ਕਰਨ ਕਾਰਨ ਸਮਰੱਥ। ਉਹ ਕਰਨ ਵਾਲਾ ਵੀ ਹੈ, ਉਹ ਕਰਾਉਣ ਵਾਲਾ ਵੀ ਹੈ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਏ ਧਨ। ਇੱਕ ਸ਼ਬਦ ਦਾ ਸੋਈ। ਸੋਈ ਹੁੰਦਾ ਇੱਕ ਵਚਨ, ਸੇਈ ਹੁੰਦਾ ਬਹੁਵਚਨ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਿਆ ਹੈ, ਸੇਈ ਕਹੀਏ ਧਨ, ਉਹਨਾਂ ਨੂੰ ਧਨ ਕਿਹਾ ਜਾਂਦਾ ਹੈ। ਵੀ ਭਾਈ ਇਹ ਲੋਕ ਧਨ ਹਨ, ਪਰਮਾਤਮਾ ਨੇ ਉਹਨੂੰ ਆਪਣਾ ਬਣਾ ਲਿਆ ਹੈ। ਵੇ ਬੜੇ ਵੱਡੇ ਭਾਗ ਹੁੰਦੇ ਨੇ ਪਰਮਾਤਮਾ ਕਿਸੇ ਨੂੰ ਆਪਣਾ ਬਣਾ ਲਵੇ। ਉਹ ਉਸ ਨੂੰ ਹੀ ਆਪਣਾ ਬਣਾਉਂਦਾ ਹੈ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ ਹੈ। ਅਤੇ ਪਰਮਾਤਮਾ ਨੂੰ ਪਿਆਰ ਕਰਨ ਦਾ ਕੀ ਢੰਗ ਹੈ? ਉਹਦਾ ਨਾਮ ਜਪੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਹੈ। ਆਓ ਆਪਾਂ ਵੀ ਨਾਮ ਜਪੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਸੋ ਇਸ ਲਈ ਪਰਮਾਤਮਾ ਦੇ ਨਾਮ ਜਿਹੜਾ ਜਪਦਾ, ਪਰਮਾਤਮਾ ਦੇ ਨਾਮ, ਉਹਨੂੰ ਪਰਮਾਤਮਾ ਫਿਰ ਆਪਣਾ ਬਣਾ ਲੈਂਦਾ। ਅਤੇ ਜਿਹਨੂੰ ਪਰਮਾਤਮਾ ਆਪਣਾ ਬਣਾ ਲੈਂਦਾ ਉਹ ਧਨ ਹੈ, ਧਨ ਹੈ, ਉਹ ਧਨਤਾ ਦੇ ਯੋਗ ਹੈ। ਆਪਨ ਲਿਆ ਜੇ ਮਿਲੇ, ਵਿਛੜ ਕਿਉਂ ਰੋਵਨ। ਜੇ ਆਪਣੇ ਯਤਨਾਂ ਨਾਲ ਪਰਮਾਤਮਾ ਮਿਲਦਾ ਹੁੰਦਾ ਤਾਂ ਜਿਹੜੇ ਪਰਮਾਤਮਾ ਤੋਂ ਵਿਛੜ ਗਏ ਨੇ ਉਹ ਕਿਉਂ ਰੋਂਦੇ, ਉਹ ਕਿਉਂ ਦੁਖੀ ਹੁੰਦੇ? ਉਹ ਵੀ ਯਤਨ ਕਰਕੇ ਮਿਲ ਪੈਂਦੇ। ਸਾਡੇ ਯਤਨਾਂ ਨਾਲ ਪਰਮਾਤਮਾ ਨਹੀਂ ਮਿਲਦਾ। ਫਿਰ ਤੁਸੀਂ ਪੁੱਛੋ ਕਿ ਯਤਨ ਨਹੀਂ ਕਰਨਾ ਚਾਹੀਦਾ? ਨਹੀਂ, ਯਤਨ ਤਾਂ ਕਰਨਾ ਚਾਹੀਦਾ। ਪਰ ਜੇ ਕੋਈ ਹਉਮੈ ਚਾਹ ਕੇ ਕਹੇ ਮੈਂ ਸਿਮਰਨ ਕਰ 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 ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰ ਲਾਂਗਾ, ਨਹੀਂ, ਉਹਦੀ ਪ੍ਰਾਪਤੀ ਉਹਦੀ ਬਖਸ਼ਿਸ਼ ਨਾਲ ਹੁੰਦੀ ਹੈ। ਅਸੀਂ ਸਿਮਰਨ ਕਰਨਾ ਹੈ, ਇਹ ਉਹਦੀ ਮਰਜ਼ੀ ਹੈ। ਬਖਸ਼ਿਸ਼ ਅੱਜੇ ਕਰਦੇ, 10 ਸਾਲ ਨੂੰ ਕਰੇ, ਅਗਲੇ ਜਨਮ 'ਚ ਕਰੇ, ਉਦੋਂ ਅਗਲੇ ਜਨਮ 'ਚ ਕਰੇ, ਇਹ ਉਹਦੀ ਮਰਜ਼ੀ ਹੈ। ਅਸੀਂ ਆਪਣੇ ਯਤਨਾਂ ਨਾਲ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਤਾਂ ਉਹਦੀ ਮਰਜ਼ੀ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ। ਇਸ ਲਈ ਕਹਿੰਦੇ ਆਪਨ ਲਿਆ ਜੇ ਮਿਲੇ,
ਵਿਛੜ ਕਿਉ ਰਵਨ। ਜੇ ਪਰਮਾਤਮਾ ਆਪਣੇ ਯਤਨਾਂ ਨਾਲ ਮਿਲਦਾ ਹੁੰਦਾ ਤਾਂ ਜਿਹੜੇ ਪਰਮਾਤਮਾ ਵਿਛੜ ਗਏ ਨੇ ਉਹ ਕਿਉਂ ਰੋਂਦੇ, ਉਹ ਕਿਉਂ ਦੁਖੀ ਹੁੰਦੇ, ਉਹ ਨਾ ਪ੍ਰਾਪਤ ਕਰ ਲੈਂਦੇ। ਸੋ ਅਸੀਂ ਯਤਨ ਕਰਨਾ ਹੈ, ਨਿਰਮਾਣਤਾ ਸਹਿਤ ਯਤਨ ਕਰਨਾ ਹੈ। ਉਹ 'ਚ ਕੋਈ ਹਉਮੈ ਭਾਵ ਨਹੀਂ ਹੋਣੀ ਚਾਹੀਦੀ। ਮਹਾਤਮਾ ਬੁੱਧ ਜੀ ਨੇ ਫੈਸਲਾ ਕਰ ਲਿਆ ਕਿ ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਣਾ। ਉਦੋਂ ਉਹਨਾਂ ਨੂੰ ਗਿਆਨ ਨਹੀਂ ਸੀ, ਗਿਆਨ ਪਰਮਾਤਮਾ ਦੀ ਕਿਰਪਾ ਨਾਲ ਹੋਣਾ, ਤੁਹਾਡੀ ਜ਼ਿੱਦ ਨਾਲ ਨਹੀਂ ਹੋਣਾ। ਉਹ ਲੱਗੇ ਰਹੇ, ਭੁੱਖੇ ਰਹੇ, ਪਿਆਸੇ ਰਹੇ, ਸੁੱਕ ਕੇ ਤੀਲਾ ਹੋ ਗਏ। ਬੈਠਿਆ ਵੀ ਨਹੀਂ ਸੀ ਜਾਂਦਾ ਮਹਾਤਮਾ ਬੁੱਧ ਤੋਂ, ਇੰਨਾ ਕਮਜ਼ੋਰ ਹੋ ਗਏ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਤਪੱਸਿਆ ਕਰਿਆ ਕਰਦੇ ਸਨ। ਇਹ ਜਿਹੜੇ ਭਗਤ ਹੋਏ ਅਤੇ ਜਿਹੜੇ ਸਾਡੇ ਗੁਰੂ ਹੋਏ, ਇਹਨਾਂ ਨੇ ਪ੍ਰੇਮਾ ਭਗਤੀ ਲਿਆਂਦੀ। ਇਹਨਾਂ ਨੇ ਕਿਹਾ ਤਪੱਸਿਆ ਕਰਨ ਦੀ ਲੋੜ ਨਹੀਂ, ਭੁੱਖੇ ਪਿਆਸੇ ਰਹਿਣ ਦੀ ਲੋੜ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਸਹਿਜ ਸੁਭਾਅ ਤੁਸੀਂ ਪ੍ਰੇਮਾ ਭਗਤੀ ਕਰਦੇ ਰਹੋ। ਸੋ ਜਦੋਂ ਮਹਾਤਮਾ ਬੁੱਧ ਜੀ ਬੇਵੱਸ ਹੋ ਗਏ, ਬਈ ਨਹੀਂ ਗਿਆਨ ਹਾਸਲ ਹੋ ਰਿਹਾ, ਤੇ ਕਹਿੰਦੇ ਲੇਟਣ ਲੱਗੇ, ਬੈਠ ਨਹੀਂ ਸੀ ਹੁੰਦਾ, ਲੇਟਣ ਲੱਗੇ ਨੇ ਤੇ ਕਹਿੰਦੇ ਤੇਰੀ ਮਰਜ਼ੀ। ਤੇ ਜਿਉਂ ਹੀ ਕਿਹਾ ਨਾ ਤੇਰੀ ਮਰਜ਼ੀ, ਨਾਲ ਦੀ ਨਾਲ ਹੀ ਉਹਨਾਂ ਨੂੰ ਗਿਆਨ ਹੋ ਗਿਆ ਕਿ ਉਹ ਰੱਬ ਤੇ ਛੱਡਤਾ ਨਾ। ਪਹਿਲਾਂ ਤਾਂ ਕਹਿੰਦੇ ਸੀ ਮੈਂ ਗਿਆਨ ਹਾਸਲ ਕਰਕੇ ਹੀ ਹਟਣਾ, ਨਹੀਂ ਹੋਇਆ। ਤੇ ਜਦੋਂ ਕਹਿੰਦੇ ਹੇ ਪਰਮਾਤਮਾ ਤੇਰੀ ਮਰਜ਼ੀ, ਤੇ ਉਹ ਕਹਿੰਦੇ ਲੈ ਫਿਰ ਮੇਰੀ ਮਰਜ਼ੀ ਤਾਂ ਹੁਣੇ ਹੀ ਲੈ ਗਿਆ, ਨਾਲ ਦੀ ਨਾਲ ਗਿਆਨ ਹੋ ਗਿਆ ਹੈ। ਇਸ ਲਈ ਯਤਨ ਤੇ ਅਸੀਂ ਕਰਨੇ ਨੇ, ਪਰ ਹੋਂ ਵਿੱਚ ਨਹੀਂ ਹੋਣਾ ਕਿ ਮੈਂ ਪ੍ਰਾਪਤ ਕਰਕੇ ਹੀ ਹਟਾਂਗਾ। ਨਹੀਂ, ਇਸ ਤਰ੍ਹਾਂ ਨਹੀਂ ਗੱਲ ਬਣੇ ਕਰਦੇ। ਇਹ ਤਾਂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਸਾਡਾ ਕੰਮ ਹੈ ਲੱਗੇ ਰਹਿਣਾ, ਪਤਾ ਨਹੀਂ ਕਦੋਂ ਬਖਸ਼ਿਸ਼ ਕਰਦੇ, ਉਹਦੀ ਮਰਜ਼ੀ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਕਹਿੰਦੇ ਮੌਜਾਂ ਮਾਣਦੇ ਨੇ। ਉਹਨੂੰ ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ ਹੁੰਦੇ, ਕੋਈ ਚਿੰਤਾ ਨਹੀਂ ਹੁੰਦੀ। ਕਿਉਂ? ਉਹ ਰੱਬ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਸਤ ਸੰਗਤ ਪ੍ਰਾਪਤ ਹੋ ਗਈ ਹੈ। ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਰਹਿੰਦੇ, ਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰਦੇ ਨੇ। ਗੁਰੂ ਮਹਾਰਾਜ ਕਿਰਪਾ ਕਰਤੀ ਕਿ ਰੱਬ ਨੇ ਕਿਰਪਾ ਕਰਤੀ, ਇੱਕੋ ਹੀ ਗੱਲ ਹੈ। ਫਿਰ ਬੰਦਾ ਜਦੋਂ ਸਾਧੂ ਦੀ ਸੰਗਤ, ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਫਿਰ ਰੰਗ ਮਾਣਨ, ਉਹ ਰੱਬੀ ਪਿਆਰ ਨੂੰ ਮਾਣਦੇ ਹਨ। ਰੰਗ ਪਿਆਰ ਨੂੰ ਕਹਿੰਦੇ, ਉਹ ਫਿਰ ਰੱਬੀ ਪਿਆਰ ਨੂੰ ਮਾਣਦੇ ਨੇ। ਸੰਗਤ ਕਰਾਂਗੇ, ਪਰਮਾਤਮਾ ਬਾਰੇ ਗਿਆਨ ਹੋਵੇਗਾ। ਪਰਮਾਤਮਾ ਬਾਰੇ ਜਦੋਂ ਗਿਆਨ ਹੋਏਗਾ ਕਿ ਪਰਮਾਤਮਾ ਨਾਮ ਜਪਣਾ ਮਿਲਦਾ ਹੈ, ਫਿਰ ਇਹ ਬੰਦਾ ਨਾਮ ਜਪੇਗਾ। ਨਾਮ ਜਪਦਾ ਕਿਸੇ ਨਾ ਕਿਸੇ ਪਰਮਾਤਮਾ ਦੀ ਕਿਰਪਾ ਹੋ ਜਾਏਗੀ ਅਤੇ ਰੱਬੀ ਪਿਆਰ ਦੀ ਪ੍ਰਾਪਤੀ ਹੋ ਜਾਏਗੀ। ਫਿਰ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਇਹ ਜਿਹੜਾ ਜੇਠ ਦਾ ਮਹੀਨਾ ਨਾ, ਇਹ ਉਹਦੇ ਲਈ ਹੀ ਖੁਸ਼ੀਆਂ ਭਰਿਆ ਹੁੰਦਾ। ਰੰਗੀਲਾ ਉਹਦੇ ਲਈ ਹੀ ਖੁਸ਼ੀਆਂ ਭਰਿਆ ਹੈ। ਤਿਸ ਧਣੀ, ਉਸ ਜੀਵ ਇਸਤਰੀ ਲਈ ਖੁਸ਼ੀਆਂ ਭਰਿਆ ਹੈ। ਜਿਸ ਕੈ ਭਾਗ ਮਥਨ, ਜਿਹਦੇ ਮੱਥੇ 'ਤੇ ਚੰਗੀ ਕਿਸਮਤ ਲਿਖੀ ਹੁੰਦੀ ਹੈ। ਇਹ ਜਿਹੜਾ ਹਰੀ ਹੈ ਨਾ, ਇਹ ਰੰਗੀਲਾ ਹੈ। ਸਾਨੂੰ ਖੁਸ਼ੀਆਂ ਖੇੜੇ ਹਰੀ ਤੋਂ ਤਾਂ ਹੀ ਮਿਲਦੇ ਨੇ ਜੇ ਸਾਡੇ ਭਾਗਾਂ 'ਚ ਲਿਖਿਆ ਹੋਇਆ ਹੋਵੇ। ਬਿਨਾਂ ਭਾਗਾਂ ਤੋਂ ਬਿਨ ਭਾਗਾਂ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਗੁਰਬਾਣੀ ਕਹਿੰਦੀ ਜਿੰਨਾ ਮਰਜ਼ੀ ਭੱਜ ਨੱਠ ਕਰ ਲਓ, ਦੇਸਾਂ ਵਿਦੇਸਾਂ 'ਚ ਚਲੇ ਜਾਓ, ਮਿਲਣਾ ਤਾਂ ਉਹੀ ਹੈ ਜੋ ਤੁਹਾਡੇ ਭਾਗਾਂ 'ਚ। ਨਾ ਗਿਆਨ ਹੋਣ ਕਾਰਨ ਮਨੁੱਖ ਭਟਕਦਾ ਰਹਿੰਦਾ ਹੈ। ਉਹ ਨਾ ਭਾਗਾਂ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ ਵੀ ਚਲੋ ਜੇ ਮੇਰੀ ਮਾੜੀ ਕਿਸਮਤ ਹੈ, ਮੈਂ ਇਹਨੂੰ ਕਿਸਮਤ ਨੂੰ ਬਦਲ ਲਾਂ, ਖੁਸ਼ਕਿਸਮਤ ਹੋ ਜਾ, ਜਿੱਥੇ ਹਾਂ ਉੱਥੇ ਸਭ ਕੁਝ ਹੋ ਜਾਏਗਾ। ਨਹੀਂ, ਉਹ ਕਿਸਮਤ ਨਹੀਂ ਬਦਲਦਾ। ਉਹ ਸਮਝਦਾ ਮੈਂ ਜੇ ਪ੍ਰਦੇਸ਼ 'ਚ ਚਲੇ ਜਾਏਗਾ ਮੇਰੀ ਸ਼ਾਇਦ ਕਿਸਮਤ ਬਦਲ ਜਾਏਗੀ। ਬੜਾ ਵੱਡਾ ਭੁਲੇਖਾ ਹੈ, ਬੜਾ ਵੱਡਾ ਭੁਲੇਖਾ। ਕਿਸਮਤ ਬਦਲਦੀ ਹੈ ਨਾਮ ਜਪ ਕੇ, ਬਾਣੀ ਪੜ੍ਹ ਕੇ, ਸਤ ਸੰਗਤ ਕਰਕੇ। ਸਤ ਸੰਗਤ ਕਰੋ, ਬਾਣੀ ਪੜ੍ਹੋ, ਨਾਮ ਜਪੋ,
ਤੁਸੀਂ ਜੇ ਤੁਹਾਡੀ ਬੈਡ ਲੱਕ ਹੈ ਨਾ, ਮਾੜੀ ਕਿਸਮਤ ਹੈ, ਉਹ ਗੁੱਡ ਲੱਕ 'ਚ ਬਦਲ ਜਾਏਗੀ। ਜੇ ਪਹਿਲੇ ਹੀ ਗੁੱਡ ਲੱਕ ਹੈ, ਚੰਗੀ ਕਿਸਮਤ ਹੈ, ਉਹ ਬੈਟਰ ਹੋ ਜਾਏਗੀ, ਬੈਸਟ ਹੋ ਜਾਏਗੀ। ਨਾਮ ਜਪੀ ਜਾਓ, ਬਾਣੀ ਪੜ੍ਹੀ ਜਾਓ, ਸਤ ਸੰਗਤ ਕਰੋ, ਆਪਣੇ ਆਪ ਹੀ ਕਿਸਮਤ ਬਦਲਣੀ ਸ਼ੁਰੂ ਹੋ ਜਾਂਦੀ ਹੈ। ਥਾਂ ਥਾਂ 'ਤੇ ਧੱਕੇ ਖਾਣ ਨਾਲ ਕਿਸਮਤ ਨਹੀਂ ਬਦਲਦੀ। ਦੂਜੀ ਥਾਂ 'ਤੇ ਤਾਂ ਸਾਡਾ ਜਿਹੜਾ ਦਾਣਾ ਪਾਣੀ ਹੈ ਉਹ ਸਾਨੂੰ ਲੈ ਕੇ ਜਾਂਦਾ, ਕਿਉਂਕਿ ਦੂਸਰੇ ਪਾਤਸ਼ਾਹ ਬਾਣੀ 'ਚ ਵਰਣਨ ਕਰਦੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜੇ ਸਾਡਾ ਆਸਟ੍ਰੇਲੀਆ ਦਾਣਾ ਪਾਣੀ ਹੈ ਤਾਂ ਅਸੀਂ ਆਸਟ੍ਰੇਲੀਆ ਚਲੇ ਜਾਏਗਾ, ਕੈਨੇਡਾ ਦਾ ਦਾਣਾ ਪਾਣੀ ਹੈ ਕੈਨੇਡਾ ਚਲੇ ਜਾਏ, ਅਮਰੀਕਾ ਦਾ ਅਮਰੀਕਾ ਚਲਾ ਜਾਏਗਾ। ਪਰ ਉਹ ਦਾਣਾ ਪਾਣੀ ਹੀ ਹੈ, ਕਿਸਮਤ ਨਹੀਂ ਹੈ। ਤੁਸੀਂ ਕਿਤੇ ਚਲੇ ਜਾਓ, ਕਿਸਮਤ ਤੁਹਾਡੀ ਨਾਲ ਹੀ ਜਾਣੀ ਹੈ। ਕਿਤੇ ਚਲੇ ਜਾਓ, ਥਾਂ ਬਦਲਣਾ ਕਿਸਮਤ ਨਹੀਂ ਬਦਲਿਆ ਕਰਦੀ। ਕਿਤੇ ਚਲੇ ਜਾਓ, ਕਿਸਮਤ ਤੇ ਤੁਹਾਡੀ ਨਾਲ ਹੀ ਜਾਣੀ ਹੈ। ਮੈਂ ਤੀਸਰੀ ਜਮਾਤ ਪੜ੍ਹਦਾ ਸੀ, ਮਾਤਾ ਜੀ ਮੇਰੇ ਕੋਲ ਬੈਠੇ ਨੇ, ਪੰਜਾਬੀ 'ਚ ਆ ਗਿਆ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਮੈਂ ਬੇਬੇ ਨੂੰ ਪੁੱਛਿਆ, ਬੇਬੇ ਦਾ ਕੀ ਮਤਲਬ ਹੈ ਵੀ ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ? ਕਹਿੰਦੇ ਲੈ ਕਾਕਾ, ਮੈਂ ਤੈਨੂੰ ਫਿਰ ਇੱਕ ਘਟਨਾ ਸੁਣਾਉਣੀ ਸੱਚੀ। ਅਸੀਂ ਪਾਕਿਸਤਾਨ 'ਚ ਪੈਦਾ ਹੋਏ ਸੀ। ਸਾਡੇ ਤੋਂ ਲਾਹੌਰ ਕੋਈ 30 ਕਿਲੋਮੀਟਰ ਸੀ ਸਾਡੇ ਪਿੰਡ ਤੋਂ, ਅਤੇ ਪਾਕਿਸਤਾਨ ਦੇ 'ਚ ਇਹ ਪ੍ਰਸਿੱਧ ਸੀ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ, ਭਾਵ ਲਾਹੌਰ ਵੇਖਣਾ ਜ਼ਰੂਰੀ ਹੈ। ਕਹਿੰਦੇ ਤੇਰੇ ਪਿਤਾ ਜੀ ਮੈਨੂੰ ਨਾ ਟਾਂਗੇ 'ਤੇ ਬਿਠਾ ਕੇ ਲਾਹੌਰ ਲੈ ਗਏ। ਅਸੀਂ ਦੁਪਹਿਰ ਤੱਕ ਸਾਰਾ ਬਾਜ਼ਾਰ ਵੇਖਦੇ ਰਹੇ, ਫਿਰ ਥੱਕ ਗਏ ਅਤੇ ਸੋਚਿਆ ਵੀ ਕਿਤੇ ਦੁੱਧ ਪੀ ਲਈਏ। ਉਦੋਂ ਨਾ ਚਾਹ ਦਾ ਰਿਵਾਜ਼ ਹੀ ਨਹੀਂ ਸੀ ਹੁੰਦਾ, ਦੁੱਧ ਹੀ ਲੋਕ ਪੀਆ ਕਰਦੇ ਸਨ। 2 ਦੁਕਾਨਾਂ ਸਨ, ਇੱਕ ਦੁਕਾਨ 'ਤੇ ਭੀੜ ਸੀ, ਇੱਕ 'ਤੇ ਕੋਈ ਗਾਹਕ ਨਹੀਂ ਸੀ। ਕਹਿੰਦੇ ਅਸੀਂ ਜਿਸ ਦੁਕਾਨ 'ਤੇ ਕੋਈ ਗਾਹਕ ਨਹੀਂ ਸੀ ਉੱਥੇ ਬਹਿ ਗਏ ਵੀ ਚਲੋ ਛੇਤੀ ਸਾਡੀ ਵਾਰੀ ਆ ਜਾਵੇਗੀ। ਬੈਠ ਗਏ, ਉਹਨੇ 2 ਗਲਾਸ ਸਾਨੂੰ ਦੁੱਧ ਦਿੱਤੇ, ਅਸੀਂ ਪੀ ਰਹੇ ਹਾਂ। ਥੱਕੇ ਹੋਏ ਸੀ, ਦੁੱਧ ਗਰਮ ਸੀ, ਅਸੀਂ ਹੌਲੀ ਹੌਲੀ ਪੀ ਵੀ ਗਏ। ਅੱਧਾ ਘੰਟਾ ਅਸੀਂ ਉਹਦੀ ਦੁਕਾਨ 'ਤੇ ਬੈਠੇ ਰਹੇ, ਕੋਈ ਗਾਹਕ ਨਹੀਂ ਆਇਆ। ਮੈਂ ਕਿਤੇ ਦੁਕਾਨਦਾਰ ਪੁੱਛਿਆ, ਵੇ ਵੀਰਾ ਤੇਰੀ ਦੁਕਾਨ 'ਤੇ ਸਾਡੇ ਤੋਂ ਬਿਨਾਂ ਅੱਧੇ ਘੰਟੇ 'ਚ ਹੋਰ ਕੋਈ ਗਾਹਕ ਹੀ ਨਹੀਂ ਹੈ, ਆਹ ਨਾਲ ਦੀ ਦੁਕਾਨ 'ਤੇ ਦੇਖ ਕਿੰਨੇ ਗਾਹਕ ਨੇ। ਉਹ ਕਹਿੰਦਾ ਭੈਣ ਜੀ ਆਪਣੀ ਆਪਣੀ ਕਿਸਮਤ ਹੁੰਦੀ ਹੈ, ਅਸੀਂ ਦੋਨੋਂ ਸਕੇ ਭਰਾ ਹਾਂ। ਸਾਡੇ ਪਿਤਾ ਨੇ ਸਾਨੂੰ ਬਰਾਬਰ ਦੀਆਂ 2 ਦੁਕਾਨਾਂ ਪਾ ਕੇ ਦਿੱਤੀਆਂ। ਕਹਿੰਦੇ ਦੇਖੋ ਹੈ ਨਾ ਇੱਕੋ ਜਿਹੀਆਂ। ਕਹਿੰਦੇ ਮੈਂ ਕਿਹਾ ਹਾਂ, ਜੋ ਉਹਦੇ ਮੇਜ਼ ਕੁਰਸੀਆਂ ਨੇ ਉਹੀ ਮੇਰੀ ਦੁਕਾਨ 'ਤੇ ਮੇਜ਼ ਕੁਰਸੀਆਂ ਨੇ, ਜੋ ਉਹਦੇ ਭਾਂਡੇ ਨੇ ਉਹੀ ਮੇਰੇ ਕੋਲੇ ਭਾਂਡੇ ਨੇ, ਜਿਹੜਾ ਦੁੱਧੀ ਉਸ ਨੂੰ ਦੁੱਧ ਦੇ ਕੇ ਜਾਂਦਾ ਉਹੀ ਦੁੱਧ ਮੈਨੂੰ ਦੇ ਕੇ ਜਾਂਦਾ। ਇੱਕ ਤਾਂ ਹੁੰਦਾ ਹਾਂਜੀ ਉਹਦਾ ਦੁੱਧ ਚੰਗਾ ਮੇਰਾ ਚੰਗਾ ਨਹੀਂ ਨਾ, ਉਹੀ ਦੁੱਧ ਹੀ ਸਾਨੂੰ ਦੋਨਾਂ ਨੂੰ ਦੁੱਧ ਦੇ ਕੇ ਜਾਂਦਾ। ਪਰ ਭੈਣ ਜੀ ਇਹਦੀ ਕਿਸਮਤ ਤੇਜ਼ ਹੈ, ਇਹਦੇ ਦੇਖੋ ਕਿੰਨੇ ਗਾਹਕ ਨੇ, ਮੇਰੀ ਕਿਸਮਤ ਮਾੜੀ ਹੈ, ਇਸੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਗਾਹਕ ਹੀ ਨਹੀਂ ਆਈ। ਕਹਿੰਦੇ ਪੁੱਤਰ ਇਹ ਤਾਂ ਕਹਾਵਤ ਬਣੀ, ਜਿਹੜੇ ਘਰ ਭੁੱਖੇ ਉਹ ਲਾਹੌਰ ਵੀ ਭੁੱਖੇ। ਘਰ 'ਚ ਬਾਹਰ ਛੱਡਿਆ ਵੀ ਚਲੋ ਜਾ ਕੇ ਲਾਹੌਰ ਦੁਕਾਨ ਪਾਉਂਦੇ, ਕਿਸਮਤ ਦੇ ਨਾਲ ਹੀ ਚਲੀ ਗਈ ਨਾ। ਇੱਕ ਦੀ ਤੇਜ਼ ਸੀ ਕਿਸਮਤ, ਉਹ ਲਾਹੌਰ ਆ ਕੇ ਅਮੀਰ ਹੋ ਗਿਆ, ਦੂਜੇ ਦੀ ਮਾੜੀ ਸੀ, ਉਹ ਫਿਰ ਵੀ ਗਰੀਬ ਰਹਿ ਗਿਆ। ਇਸ ਲਈ ਪੁੱਤਰ ਕਹਿੰਦੇ ਚਲੇ ਭਾਵੇਂ ਕਿਤੇ ਜਾਓ, ਕਿਸਮਤ ਨਾਲ ਹੀ ਜਾਂਦੀ ਹੈ। ਨਾ ਮੈਂ ਅੱਗੇ ਪੁੱਛਿਆ ਵੀ ਮਾਤਾ ਜੀ ਕਿਸਮਤ ਬਦਲਦੀ ਕਿਵੇਂ ਹੈ, ਅਤੇ ਨਾ ਉਹਨਾਂ ਦੱਸਿਆ। ਫਿਰ ਜਦੋਂ ਮੈਂ ਬਾਣੀ ਪੜ੍ਹੀ ਮੈਨੂੰ ਗਿਆਨ ਹੋਇਆ ਕਿ ਉਹ ਭਟਕਣ ਦੀ ਤਾਂ ਕੋਈ ਲੋੜ ਹੀ ਨਹੀਂ ਹੈ। ਤੁਸੀਂ ਭਜਨ ਬੰਦਗੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਪਰਮਾਤਮਾ ਨੇ ਆਪੇ ਹੀ ਤੁਹਾਡੇ ਲਹਿਰਾਂ ਬਹਿਰਾਂ ਲਾ ਦੇਣੇ ਨੇ, ਕਿਤੇ ਭਟਕਣ ਦੀ ਲੋੜ ਨਹੀਂ ਹੈਗੀ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਜਿਹੜਾ ਵੀ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਪਰਮਾਤਮਾ ਦੇ ਕਾਰਜ ਸਵਾਰ ਦਿੰਦਾ ਹੈ, ਅਤੇ ਕਾਰਜ ਹੀ ਸਵਾਰਨੇ ਨੇ, ਕਾਰਜ ਹੀ ਸਵਾਰਨੇ ਨੇ। ਇਸ ਲਈ ਸਤ ਸੰਗਤ ਕਰੋ, ਬਾਣੀ ਪੜ੍ਹੋ, ਨਾਮ ਜਪੋ। ਅਤੇ ਕਹਿੰਦੇ ਨੇ ਫਿਰ ਇਹ ਜੇਠ ਦਾ ਮਹੀਨਾ ਉਹਦੇ ਲਈ ਖੁਸ਼ੀਆਂ ਭਰਿਆ ਹੈ ਜਿਹੜੇ ਮੱਥੇ 'ਤੇ ਭਾਗ ਲਿਖਾ ਕੇ ਲਿਆ। ਜੇ ਤੇ ਲਿਖਾ ਕੇ ਲਿਆ ਫਿਰ ਤਾਂ ਗੱਲ ਹੀ ਨਿਬੜ ਗਈ। ਉਹ ਜੇ ਨਹੀਂ ਲਿਖਾਏ
ਤਾਂ ਭਾਈ ਬਾਣੀ ਪੜ੍ਹ ਕੇ ਨਾਮ ਜਪ ਕੇ ਆਪਣੀ ਕਿਸਮਤ ਆਪ ਬਣਾ ਸਕਦੇ ਹੋ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿ ਇੱਕ ਮਹੀਨਾ ਜਿਹੜਾ ਜੇਠ ਦਾ ਹੈ ਇਹ ਉਹਦੇ ਲਈ ਹੀ ਸੁਹਾਵਣਾ, ਜਿਹੜਾ ਬੰਦਾ ਨਾਮ ਜਪਦਾ, ਜਿਹਦਾ ਪਰਮਾਤਮਾ ਦਾ ਜਿਹਨੇ ਪੱਲਾ ਫੜ ਲਿਆ ਹੈ, ਜਿਹੜਾ ਪਰਮਾਤਮਾ ਨਾਲ ਜੁੜ ਗਿਆ ਹੈ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹਨੂੰ ਫਿਰ ਸਭ ਕੁਝ ਪ੍ਰਾਪਤ ਹੋ ਜਾਂਦਾ। ਜੇਠ 'ਚ ਇੰਨੀ ਗਰਮੀ ਪੈਂਦੀ ਹੈ, ਪਰ ਭਜਨ ਬੰਦਗੀ ਕਰਨ ਵਾਲੇ ਲਈ ਇਹ ਮਹੀਨਾ ਵੀ ਸਾਵਣ ਦੀ ਤਰ੍ਹਾਂ ਹੋ ਜਾਂਦਾ ਜੇ ਉਹ ਭਜਨ ਬੰਦਗੀ ਕਰਦਾ ਰਹੇ। ਸੋ ਸੰਗਤ ਨੇ ਕਿਹਾ ਸੀ ਮੈਨੂੰ ਸਵੇਰੇ ਕੁਦਰਤੀ ਕਿ ਤੁਸੀਂ ਇਹ ਮਹੀਨੇ ਦੀ ਕਥਾ ਕਰਨੀ ਹੈ, ਫਿਰ ਅੱਗੇ ਤੋਂ ਸੁਖਮਨੀ ਸਾਹਿਬ ਦੀ ਕਥਾ ਸ਼ੁਰੂ ਕਰ ਲੈਣੀ ਹੈ। ਹੁਣ ਆਪਾਂ ਸੁਖਮਨੀ ਸਾਹਿਬ ਦੀ ਕਥਾ ਸ਼ੁਰੂ ਕਰਦੇ ਜਿੱਥੋਂ ਆਪਾਂ ਛੱਡੀ ਸੀ। ਆਪਾਂ ਤੀਸਰੀ ਅਸ਼ਟਪਦੀ ਦੇ 4 ਬੰਦ ਕਰ ਲਏ ਸਨ। ਹੁਣ 5ਵਾਂ ਬੰਦ ਹੈ। ਅਸ਼ਟਪਦੀ ਜਿਵੇਂ 8 ਪਦ ਹੁੰਦੇ ਨੇ, ਉਹਨੂੰ ਬੰਦ ਵੀ ਕਹਿੰਦੇ ਨੇ, ਪਦਾਂ ਨੂੰ ਪੌੜੀ ਵੀ ਕਹਿੰਦੇ ਨੇ। ਸੋ ਤੀਸਰੀ ਅਸ਼ਟਪਦੀ ਦੀਆਂ 4 ਪੌੜੀਆਂ ਹੋ ਗਈਆਂ ਸਨ। ਹੁਣ 5ਵੀਂ ਪੌੜੀ ਸ਼ੁਰੂ ਕਰ ਲੱਗੇ ਆਪਾਂ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। 4 ਪਦਾਰਥ ਹੁੰਦਾ ਬਹੁਤ ਕੀਮਤੀ ਚੀਜ਼। ਧਰਮ ਦੇ ਵਿੱਚ 4 ਪਦਾਰਥ ਗਿਣੇ ਗਏ ਨੇ। 4 ਚੀਜ਼ਾਂ ਬੜੀਆਂ ਹੀ ਕੀਮਤੀ ਗਿਣੀਆਂ ਗਈਆਂ ਹਨ। ਇੱਕ ਹੈ ਧਰਮ। ਧਰਮ ਕੀ ਹੈ? ਸ਼ੁਭ ਗੁਣਾਂ ਦਾ ਸੰਗ੍ਰਹਿ। ਜਿਸ ਬੰਦੇ ਕੋਲੇ ਸ਼ੁਭ ਗੁਣ ਹੋਣ ਅਲਾ ਕਹਿੰਦੇ ਬੰਦਾ ਧਰਮੀ ਹੈ। ਇੱਕ ਤੇ ਧਰਮ ਚਾਹੀਦਾ ਹੈ। 4 ਪਦਾਰਥ। ਇੱਕ ਧਰਮ, ਦੂਜਾ ਹੈ ਅਰਥ। ਅਰਥ ਦਾ ਮਤਲਬ ਧਨ ਦੌਲਤ। ਆਪ ਜੀ ਅਰਥ ਸ਼ਾਸਤਰ ਪੜ੍ਹਿਆ, ਇਕਨੋਮਿਕਸ ਪੜ੍ਹੀ ਹੋਈ ਹੈ, ਧਨ ਬਾਰੇ ਗੱਲ ਕਰਦੀ ਉਹ। ਦੂਜਾ ਪਦਾਰਥ ਹੈ ਧਨ, ਅਰਥ। ਤੀਜਾ ਹੈ ਕਾਮ। ਕਾਮ ਦਾ ਮਤਲਬ ਹੈ ਇੱਛਾ ਪੂਰਤੀ। ਤੀਜਾ ਹੈ ਇੱਛਾ ਦਾ ਪੂਰਾ ਹੋ ਜਾਣਾ। ਤੇ ਚੌਥਾ ਮੋਖ। ਮੋਖ ਦਾ ਮਤਲਬ ਮੁਕਤੀ। ਧਰਮ, ਅਰਥ, ਕਾਮ, ਮੋਖ। ਸ਼ੁਭ ਗੁਣ ਪ੍ਰਾਪਤ ਹੋ ਜਾਣੇ, ਮਾਇਆ ਪ੍ਰਾਪਤ ਹੋ ਜਾਣਾ, ਇੱਛਾਵਾਂ ਪੂਰੀਆਂ ਹੋ ਜਾਣਾ ਤੇ ਅਖੀਰ ਨੂੰ ਜੰਮਣ ਮਰਨ ਤੋਂ ਮੁਕਤ ਹੋ ਜਾਣਾ। ਇਹ 4 ਪਦਾਰਥ ਗਿਣੇ ਗਏ ਧਰਮ ਦੇ ਵਿੱਚ। 4 ਪਦਾਰਥ ਜੇ ਕੋ ਮੰਗੈ। ਜੇ ਕਿਸੇ ਨੂੰ 4 ਪਦਾਰਥ ਚਾਹੀਦੇ ਨੇ ਨਾ, ਉੱਤਰ ਹੈ ਸਾਧ ਜਨਾ ਕੀ ਸੇਵਾ ਲੱਗ। ਫਿਰ ਸਾਧੂਆਂ ਦੀ ਸੇਵਾ ਕਰੋ। ਕਹਿੰਦੇ ਸਾਧੂਆਂ ਦੀ ਸੇਵਾ ਕਰਦਿਆਂ ਇਹ 4 ਚੀਜ਼ਾਂ ਆਪਣੇ ਆਪ ਹੀ ਮਿਲ ਜਾਂਦੀਆਂ। ਜਦ ਆਪਾਂ ਸਾਧੂ ਦੀ, ਗੁਰੂ ਦੀ ਸੇਵਾ ਕਰਾਂਗੇ, ਸਾਧੂਆਂ ਸੰਤਾਂ ਦੀ ਸੇਵਾ ਕਰਾਂਗੇ ਤਾਂ ਕੁਦਰਤੀ ਗੱਲ ਹੈ ਨਾਮ ਜਪਾਂਗੇ, ਸ਼ੁਭ ਕਰਮ ਕਰਾਂਗੇ, ਸਾਡੇ ਕੋਲ ਧਰਮ ਹੋ ਗਿਆ। ਜਿਹੜਾ ਬੰਦਾ ਨਾਮ ਜਪਦਾ, ਬਾਣੀ ਪੜ੍ਹਦਾ, ਉਹ ਸਮਾਂ ਪਾ ਕੇ ਅਮੀਰ ਹੋ ਜਾਂਦਾ। ਕੋਈ ਬੰਦਾ ਗਰੀਬ ਹੈ, ਉਹਦੇ ਅਮੀਰ ਹੋ, ਪਹਿਲਾਂ ਉਹਨੂੰ ਸੋਚਣਾ ਪਏਗਾ ਕਿ ਜੇ ਮੈਂ ਗਰੀਬ ਹਾਂ ਤਾਂ ਮੈਂ ਗਰੀਬ ਕਿਉਂ ਹਾਂ। ਕਿਉਂਕਿ ਜਿੰਨਾ ਚਿਰ ਕਾਰਨ ਨਹੀਂ ਲੱਭਦਾ ਉਨਾ ਚਿਰ ਬੰਦਾ ਨਹੀਂ ਅਮੀਰ ਹੋ ਸਕਦਾ। ਇੱਕ ਬੰਦਾ ਗਰੀਬ ਹੈ, ਗਰੀਬੀ ਦਾ ਕਾਰਨ ਹੈ ਕੋਈ, ਦੂਜਾ ਅਮੀਰ ਹੈ, ਅਮੀਰੀ ਦਾ ਵੀ ਕਾਰਨ ਹੈ। ਤੁਸੀਂ ਧਰਮ ਦਾ ਅਧਿਐਨ ਕਰੋ, ਉਹ ਤੁਹਾਨੂੰ ਦੱਸੇਗਾ ਕਿ ਤੁਸੀਂ ਪਿਛਲੇ ਜਨਮ 'ਚ ਕੀਤੇ ਮਾੜੇ ਕੰਮ, ਚੋਰੀਆਂ ਕੀਤੀਆਂ, ਡਾਕੇ ਮਾਰੇ, ਠੱਗੀਆਂ ਕੀਤੀਆਂ, ਮਿਲਾਵਟਾਂ ਕੀਤੀਆਂ, ਧੋਖਾਧੜੀ ਕੀਤੀ, ਰਿਸ਼ਵਤਾਂ ਲਈਆਂ, ਲੁੱਟਾਂ ਖੋਹਾਂ ਕੀਤੀਆਂ ਤੁਸੀਂ। ਇਸ ਲਈ ਹੁਣ ਤੁਹਾਨੂੰ ਗਰੀਬੀ ਮਿਲ ਗਈ ਹੈ। ਕਰਮ ਤੇ ਭੋਗਣੇ ਪੈਣੇ ਨੇ ਨਾ। ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਕਰਮ ਭੋਗਣੇ ਪੈਂਦੇ ਨੇ। ਅਸੀਂ ਮਾੜੇ ਕਰਮ ਕੀਤੇ ਜਿਸ ਕਾਰਨ ਸਾਨੂੰ ਗਰੀਬੀ ਮਿਲ ਗਈ। ਜੇ ਅਸੀਂ ਪਿਛਲੇ ਜਨਮ 'ਚ ਪੁੰਨ ਦਾਨ ਕੀਤਾ ਹੁੰਦਾ, ਲੋਕ ਭਲਾਈ ਦੇ ਕੰਮ ਕੀਤੇ ਹੁੰਦੇ, ਸਾਨੂੰ ਅਮੀਰੀ ਮਿਲਦੀ। ਪਰ ਜਿਨ੍ਹਾਂ ਨੇ ਪੁੱਠੇ ਕੰਮ ਕੀਤੇ ਉਹ ਅੱਜ ਗਰੀਬ ਨੇ। ਮਾੜੇ ਕੰਮਾਂ ਕਾਰਨ ਗਰੀਬੀ ਹੈ। ਹੁਣ ਕੀਤਾ ਕੀ ਜਾਏ, ਉਹਦੇ ਕਰਮ ਤੇ ਹੁਣ ਹੋ ਗਏ। ਹੱਲ ਤੇ ਹਰ ਇੱਕ ਚੀਜ਼ ਦਾ ਹੈ।
ਹਰ ਕਾ ਨਾਮ ਕੋਟ ਪਾਪ ਖੋਵੈ। ਗੁਰਬਾਣੀ ਕਹਿੰਦੀ ਹਰੀ ਦਾ ਨਾਮ ਜਿਹੜਾ ਇਹ ਕਰੋੜਾਂ ਪਾਪਾਂ ਦਾ ਨਾਸ਼ ਕਰਦਾ, ਇੱਕ ਦੇ ਪਾਪ ਦਾ ਨਹੀਂ, ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਪਾਪਾਂ ਕਾਰਨ ਹੀ ਗਰੀਬੀ ਹੈ, ਪਾਪਾਂ ਕਾਰਨ ਹੀ ਦੁੱਖ ਹੈ। ਜਦੋਂ ਅਸੀਂ ਬਾਣੀ ਪੜ੍ਹੀ ਜਾਵਾਂਗੇ, ਨਾਮ ਜਪੀ ਜਾਵਾਂਗੇ, ਬਾਣੀ ਪੜ੍ਹੀ ਜਾਵਾਂਗੇ, ਨਾਮ ਜਪੀ ਜਾਵਾਂਗੇ, ਸਾਧੂਆਂ ਸੰਤਾਂ ਦੀ ਸੇਵਾ ਕਰੀ ਜਾਵਾਂਗੇ, ਤਾਂ ਫਿਰ ਕੀ ਹੋਏਗਾ? ਸਾਡੀ ਕਿਸਮਤ ਬਦਲ ਜਾਏਗੀ, ਅਸੀਂ ਗਰੀਬ ਤੋਂ ਅਮੀਰ ਹੋਣਾ ਸ਼ੁਰੂ ਕਰ ਦੇਵਾਂਗੇ। ਇਸ ਲਈ ਸਾਨੂੰ ਅਰਥ ਦੀ ਪ੍ਰਾਪਤੀ ਹੋ ਜਾਏਗੀ। ਸਾਧ ਜਿਨ੍ਹਾਂ ਕੀ ਸੇਵਾ ਲਾਗੇ, ਕਿ ਜੇ ਕਿਸੇ ਨੂੰ ਚਾਰੇ ਪਦਾਰਥ ਚਾਹੀਦੇ ਨੇ, ਫਿਰ ਸੰਤਾਂ ਮਹਾਤਮਾ ਦੀ, ਗੁਰੂ ਦੀ ਸੇਵਾ ਕਰੋ ਭਾਈ। ਜੇ ਕੋ ਆਪਣਾ ਦੁੱਖ ਮਿਟਾਵੇ, ਹੁਣ ਮੰਨ ਲਓ ਕੋਈ ਦੁਖੀ ਬੰਦਾ, ਉਹ ਆਪਣੇ ਦੁੱਖ ਨੂੰ ਦੂਰ ਕਰਨਾ ਚਾਹੁੰਦਾ। ਦੇਖੋ ਬੜੇ ਧਿਆਨ ਨਾਲ ਸਟੱਡੀ ਕਰਨੀ ਚਾਹੀਦੀ ਧਰਮ ਦੀ। ਜਿਵੇਂ ਹੁਣੇ ਮੈਂ ਕਿਹਾ ਗਰੀਬੀ ਕਿਉਂ ਹੈ, ਹੁਣ ਦੁੱਖ ਕਿਉਂ ਹੈ? ਬਾਣੀ ਕਹਿੰਦੀ ਹੈ ਦੁੱਖ ਸੁੱਖ ਤੁਹਾਡੇ ਆਪਣੇ ਹੀ ਕਰਮਾਂ ਦਾ ਫਲ ਹੈ। ਦਦੈ ਦੋਸ਼ ਨ ਦੇਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਕਹਿੰਦੇ ਮੈਂ ਆਪਣੇ ਕਰਮਾਂ ਨੂੰ ਦੋਸ਼ ਦਿੰਦਾ, ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਆਪਣੀ ਗਰੀਬੀ, ਆਪਣੇ ਦੁੱਖਾਂ ਕਾਰਨ। ਅਸੀਂ ਕਰਮ ਹੀ ਐਸੇ ਕੀਤੇ ਨੇ ਜਿਸ ਕਾਰਨ ਕਿਸੇ ਨੂੰ ਦੁੱਖ ਮਿਲ ਰਿਹਾ, ਕਿਸੇ ਨੂੰ ਸੁੱਖ ਮਿਲ ਰਿਹਾ, ਕਿਸੇ ਨੂੰ ਮੇਰੀ ਮਿਲ ਗਈ ਹੈ, ਕਿਸੇ ਨੂੰ ਗਰੀਬੀ ਮਿਲ ਗਈ ਹੈ। ਇਸ ਲਈ ਕਹਿੰਦੇ ਜੇ ਕੋਈ ਚਾਹੁੰਦਾ ਹੈ ਵੀ ਆਪਣਾ ਦੁੱਖ ਨੂੰ ਦੂਰ ਕਰਨਾ, ਹਰ ਹਰ ਨਾਮ ਹਿਰਦੈ ਸਦ ਗਾਵੈ, ਉਹ ਸਦਾ ਹੀ ਹਰੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਗਾਉਂਦਾ ਰਹੇ, ਭਾਵ ਨਾਮ ਜਪਦਾ ਰਹੇ। ਉੜਦਾ ਬੈਠਦਾ ਤੁਰਦਾ ਫਿਰਦਾ ਸੰਸਾਰਕ ਕੰਮ ਧੰਦੇ ਕਰਦਾ, ਵਾਹਿਗੁਰੂ 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 ਕਰਦਾ ਰਹੇ। ਚਾਹੇ ਮੂਲ ਮੰਤਰ ਦਾ ਜਾਪ ਕਰਦਾ ਰਹੇ, ਉਹ ਵੀ ਸਾਰੀ ਵਾਹਿਗੁਰੂ ਦੀ ਹੀ ਸਿਫਤ ਸਲਾਹ ਹੈ। ਸਾਰਾ ਜਾਪ ਸਾਹਿਬ ਇਹ ਤਾਂ ਹੈ ਹੀ ਪਰਮਾਤਮਾ ਦੀ ਟੋਟਲ ਸਿਫਤ ਸਲਾਹ, ਇਹ ਤਾਂ ਟੋਟਲ ਸਿਫਤ ਸਲਾਹ ਹੈ। ਵਾਹਿਗੁਰੂ ਗੁਰਮੰਤਰ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ, ਮੂਲ ਮੰਤਰ ਵੀ ਪਰਮਾਤਮਾ ਦੀ ਸਿਫਤ ਸਲਾਹ ਹੈ, ਜਾਪ ਸਾਹਿਬ ਵੀ ਸਾਰੇ ਦਾ ਸਾਰਾ ਪਰਮਾਤਮਾ ਦੀ ਸਿਫਤ ਸਲਾਹ ਹੈ। ਕਹਿੰਦੇ ਜੇ ਤੁਸੀਂ ਆਪਣਾ ਦੁੱਖ ਮਿਟਾਉਣਾ ਨਾ, ਹਰ ਹਰ ਨਾਮ ਹਿਰਦੈ ਸਦ ਗਾਵੈ, ਹਿਰਦੈ ਮਨ ਵਿੱਚ, ਹਿਰਦੇ ਵਿੱਚ ਹਰੀ ਦਾ ਨਾਮ ਆਪਣੇ ਮਨ ਵਿੱਚ, ਆਪਣੇ ਹਿਰਦੇ 'ਚ ਸਦਾ ਹੀ ਕਦੇ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਉਹ ਜਿਹੜਾ ਦੁੱਖ ਦਾ ਕਾਰਨ ਸੀ ਨਾ, ਉਹ ਕਾਰਨ ਖਤਮ ਹੋ ਜਾਏਗਾ ਅਤੇ ਫਿਰ ਤੁਹਾਡਾ ਦੁੱਖ ਖਤਮ ਹੋ ਜਾਏਗਾ। ਮੰਨ ਲਓ ਮੇਰੀ ਸਿਰ ਦਰਦ ਹੁੰਦੀ ਹੈ, ਉਹਦਾ ਕਾਰਨ ਹੈ ਕੋਈ, ਮੈਂ ਡਾਕਟਰ ਸਾਹਿਬ ਕੋਲ ਜਾਂਦਾ, ਉਹ ਪੁੱਛੀ ਜਾਂਦੇ ਨੇ, ਫਿਰ ਉਹ ਅੰਦਾਜ਼ਾ ਲਾਉਂਦੇ ਨੇ ਵੀ ਇਸ ਕਾਰਨ ਇਹ ਸਿਰ ਦਰਦ ਹੋ ਰਹੀ ਹੈ। ਉਸ ਕਾਰਨ ਨੂੰ ਦੂਰ ਕਰਨ ਲਈ ਦਵਾਈ ਦਿੰਦੇ ਨੇ। ਜਦੋਂ ਕਾਰਨ ਦੂਰ ਹੋ ਗਿਆ, ਸਿਰ ਦਰਦ ਆਪੇ ਹੀ ਹਟ ਜਾਂਦੀ ਹੈ। ਸੋ ਦੁੱਖ ਦਾ ਕਾਰਨ ਹੈ, ਪਰਮਾਤਮਾ ਦੇ ਨਾਮ ਨੇ ਉਸ ਕਾਰਨ ਨੂੰ ਹੀ ਖਤਮ ਕਰ ਦੇਣਾ। ਜਦੋਂ ਕਾਰਨ ਖਤਮ ਹੋ ਜਾਂਦਾ, ਦੁੱਖ ਆਪਣੇ ਆਪ ਖਤਮ ਹੋ ਜਾਂਦਾ। ਜੇ ਕੋ ਆਪਣੀ ਸੋਭਾ ਲੋੜੈ, ਲੋੜੈ ਹੁੰਦਾ ਲੋੜ ਹੈ, ਚਾਹੁੰਦਾ ਹੈ। ਜੇ ਕੋਈ ਚਾਹੁੰਦਾ ਹੈ ਲੋਕ ਮੇਰੀ ਵਡਿਆਈ ਕਰਨ, ਦੇਖੋ ਵੈਸੇ ਹਰ ਬੰਦਾ ਚਾਹੁੰਦਾ, ਆਪਣੀ ਬਦਨਾਮੀ ਤਾਂ ਕੋਈ ਵੀ ਨਹੀਂ ਚਾਹੁੰਦਾ, ਆਪਣੀ ਨਿੰਦਿਆ ਕੋਈ ਵੀ ਨਹੀਂ ਚਾਹੁੰਦਾ, ਵਡਿਆਈ ਸਾਰੇ ਸੁਣ ਕੇ ਰਾਜੀ ਨੇ। ਚਾਹੇ ਉੱਪਰੋਂ ਕੁਛ ਕਹੀ ਜਾਵੇ, ਪਰ ਜਦੋਂ ਕੋਈ ਵਡਿਆਈ ਕਰਦਾ, ਭਾਵੇਂ ਆਪਣੇ 'ਚ ਕੋਈ ਵੀ ਹੈ, ਮਨ ਖੁਸ਼ ਹੋ ਜਾਂਦਾ। ਜੇ ਕੋਈ ਨਿੰਦਿਆ ਕਰਦਾ, ਆਪਾਂ ਉੱਤੋਂ ਭਾਵੇਂ ਕੁਛ ਨਾ ਕਹੀਏ, ਪਰ ਸਾਡੇ ਅੰਦਰ ਜਿਹੜਾ ਹੈ ਉਹਦਾ ਅਸਰ ਹੁੰਦਾ ਨਿੰਦਿਆ ਦਾ, ਸਾਨੂੰ ਚੰਗਾ ਨਹੀਂ ਲੱਗਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੇ ਕੋ ਆਪਣੀ ਸੋਭਾ ਲੋੜੈ, ਜੇ ਕੋਈ ਚਾਹੁੰਦਾ ਵੀ ਮੇਰੀ ਵਡਿਆਈ ਹੋਵੇ, ਸਾਧ ਸੰਗੇ ਹਉਮੈ ਛੋੜੈ, ਛੋੜੈ ਤਾਂ ਛੱਡ ਦੇਵੇ। ਗੁਰੂ ਦੀ ਕਰੇ ਸੰਗਤ, ਸਤ ਸੰਗਤ ਕਰੇ ਤੇ ਹਉਮੈ ਦਾ ਕਰਦੇ ਤਿਆਗ। ਜਿਉਂ ਹੀ ਮਨੁੱਖ ਹਉਮੈ ਛੱਡੇਗਾ, ਇਹਦੀ ਵਡਿਆਈ ਹੋਣੀ ਸ਼ੁਰੂ ਹੋ ਜਾਏਗੀ। ਪਰ ਇਸ ਦਾ ਕਈ ਵਾਰੀ ਦੇਖਿਆ ਗਿਆ, ਸਤ ਸੰਗਤ ਕਰਦਿਆਂ ਹੈ ਮਨੁੱਖ ਸਗੋਂ ਹਉਮੈ ਵੱਧ ਜਾਂਦੀ ਹੈ।
ਮੈਂ ਦੇਖੇ ਕਈ ਲੋਕਾਂ ਨੂੰ ਸੇਵਾ ਕਰਦਿਆਂ ਵੀ ਹਉਮੈ ਵੱਧ ਜਾਂਦੀ ਹੈ। ਉਹਨਾਂ ਨੂੰ ਕਦੇ ਕਹਿ ਕੇ ਵੇਖੋ, ਮੰਨ ਲਓ ਇੱਕ ਬੰਦਾ ਇੱਕ ਪ੍ਰਕਾਰ ਦੀ ਸੇਵਾ ਕਰਦੇ 3 ਸਾਲ ਹੋ ਗਏ ਨੇ, ਤੇ ਜੇ ਕੋਈ ਉਹਨਾਂ ਨੂੰ ਕਹਿ ਦੇ ਪ੍ਰਬੰਧਕ ਕਿ ਭਾਈ ਤੂੰ ਇਹ ਸੇਵਾ ਛੱਡ ਦੇ, ਕੱਲ ਤੂੰ ਆਹ ਕਰਿਆ ਕਰ, ਉਹ ਅਗਲੇ ਦਿਨ ਗੁਰਦੁਆਰੇ ਹੀ ਨਹੀਂ ਆਉਂਦਾ ਵੀ ਹਾਂ ਮੇਰੇ ਤੇ ਇਹ ਸੇਵਾ ਕਿਉਂ ਲੈ ਲਈ ਹੈ। ਉਹ ਸੇਵਾ ਕਰਦੇ ਕਰਦੇ ਹਉਮੈ ਪੈਦਾ ਹੋ ਜਾਂਦੀ ਬੰਦੇ 'ਚ। ਕਈ ਜੇ ਭਾਂਡੇ ਮਾਂਜਦੇ ਨੇ, ਉਹ ਭਾਂਡੇ ਮਾਂਜ ਕੇ ਖੁਸ਼ ਨੇ, ਜੇ ਉਹਨਾਂ ਕੋਲ ਹੋਰ ਕੋਈ ਸੇਵਾ ਕਹਿੰਦੇ ਨੇ ਪ੍ਰਬੰਧਕ ਕੋਈ ਕਰਦੇ ਨਹੀਂ ਨਾ ਜੀ। ਜਿਵੇਂ ਦੀਵਾਨਾਂ 'ਚ ਮੈਂ ਇੱਕ ਲੜਕੇ ਨੂੰ ਕਿਹਾ ਕਿ ਭਾਈ ਤੂੰ ਇਹ ਪ੍ਰਸ਼ਾਦੇ ਬੰਦ ਕਰ ਦੇ ਵਰਤਾਉਣੇ, ਦਾਲ ਵਰਤਾਉਣੀ ਸ਼ੁਰੂ ਕਰ ਦੇ। ਕਹਿੰਦਾ ਨਾ ਜੀ ਮੈਂ ਤਾਂ ਪ੍ਰਸ਼ਾਦੇ ਵਰਤਾਉਂ। ਮੈਂ ਕਾਕਾ ਦਾਲ ਵਾਲਾ ਕੋਈ ਹੈ ਨਹੀਂ, ਤੂੰ ਦਾਲ ਵਰਤਾਉਣੀ ਸ਼ੁਰੂ ਕਰ ਦੇ, ਪ੍ਰਸ਼ਾਦੇ ਤਾਂ ਨਾ ਜੀ। ਕਹਿੰਦਾ ਮੈਂ ਤਾਂ ਪ੍ਰਸ਼ਾਦੇ ਵਰਤਾਉਂ। ਮੈਂ ਕਿਉਂ? ਕਹੇ ਜੀ ਦਾਲ ਨਾਲ ਕੱਪੜੇ ਲਿਬੜਦੇ ਨੇ। ਅੱਛਾ ਠੀਕ ਹੈ, ਇਹ ਕੋਈ ਸੇਵਾ ਸੂਵਾ ਨਹੀਂ ਹੁੰਦੀ। ਸੇਵਾ ਤਾਂ ਉਹ ਹੁੰਦੀ ਹੈ ਜਿਹੜੀ ਪ੍ਰਬੰਧਕ ਕਹਿਣ ਕਿ ਭਾਈ ਤੂੰ ਆਹ ਸੇਵਾ ਕਰ, ਉਹ ਸੇਵਾ ਹੁੰਦੀ ਹੈ। ਇਹ ਤੁਹਾਡੇ ਆਪਣੀ ਮਰਜ਼ੀ ਨਾਲ ਕਰੋ। ਮੇਰਾ ਸਿਰ ਦਰਦ ਹੋ ਰਿਹਾ ਅਤੇ ਕੋਈ ਕਹਿੰਦਾ ਬਾਬਾ ਜੀ ਸੇਵਾ ਦੱਸੋ, ਅਤੇ ਮੈਂ ਉਹਨੂੰ ਕਿਹਾ ਮੇਰਾ ਸਿਰ ਘੁੱਟ ਦੇ। ਨਾ ਬਾਬਾ ਜੀ ਮੈਂ ਸਿਰ ਤਾਂ ਨਹੀਂ ਘੁੱਟਣਾ, ਤੁਹਾਡੀ ਲੱਤਾਂ ਘੁੱਟ ਸਕਦਾ। ਉਹ ਕੋਈ ਸੇਵਾ ਹੋਈ? ਜੋ ਹੁਕਮ ਹੈ ਉਹੀ ਕਰਾਂਗੇ ਤਾਂ ਹੁੰਦਾ। ਕਿਸੇ ਤੋਂ ਇੱਕ ਪਾਸੇ ਦੀ ਸੇਵਾ ਛਡਾ ਕੇ ਦੂਜੇ ਪਾਸੇ ਲਾ ਦਿਓ। ਮੈਂ ਕਿੰਨਿਆਂ ਨੂੰ ਵੇਖਿਆ ਉਹ ਮੁੜ ਕੇ ਗੁਰਦੁਆਰੇ ਹੀ ਨਹੀਂ ਆਉਂਦੇ ਵੀ ਹਾਂ ਜੀ ਮੇਰੇ ਤੋਂ ਇਹ ਸੇਵਾ ਲੈ ਕੇ ਦੂਜੀ ਕਿਉਂ ਦੇਤੀ ਹੈ। ਉਹ ਹਉਮੈ ਨਹੀਂ ਛੱਡਦਾ ਬੰਦਾ। ਸਾਧ ਸੰਗੇ ਹਉਮੈ ਛੁਰ, ਕੋਈ ਸਤ ਸੰਗ 'ਚ ਆ ਕੇ ਹਉਮੈ ਛੱਡ ਦੇ ਨਾ, ਉਹਦੀ ਆਪਣੇ ਆਪ ਹੀ ਵਡਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਕੋਈ ਜਨਮ ਮਰਨ 'ਤੇ ਡਰੈ, ਜੇ ਕੋਈ ਜੰਮਣ ਮਰਨ ਤੋਂ ਡਰਦਾ ਨਾ, ਕਿਉਂਕਿ ਜੇ ਜਨਮ ਹੋਏਗਾ ਤਾਂ ਫਿਰ ਮੌਤ ਵੀ ਹੋਵੇਗੀ, ਅਤੇ ਜਨਮ ਤੋਂ ਲੈ ਕੇ ਮਰਨ ਦੇ ਵਿਚਕਾਰ ਦੁੱਖ ਸੁੱਖ ਵੀ ਹੋਣਗੇ। ਜਿਹੜਾ ਕਹਿੰਦਾ ਜੰਮਣ ਮਰਨ ਤੋਂ ਡਰਦਾ ਨਾ, ਸਾਧ ਜਨਾ ਕੀ ਸ਼ਰਨੀ ਪਰੈ, ਤਾਂ ਉਹਦਾ ਫਰਜ਼ ਬਣਦਾ ਕਿ ਸਾਧੂ ਦੀ ਸ਼ਰਨ 'ਚ ਆ ਜਾਓ, ਗੁਰੂ ਮਹਾਰਾਜ ਦੀ ਸ਼ਰਨ 'ਚ ਆ ਜਾਓ। ਹੁਣ ਤੁਸੀਂ ਪੁੱਛੋਗੇ ਵੀ ਉਹਨਾਂ ਦੀ ਸ਼ਰਨ 'ਚ ਆਉਣ ਨਾਲ ਡਰ ਕਿਵੇਂ ਘਟ ਜਾਏਗਾ ਜੀ। ਦੇਖੋ ਇੱਕ ਬੱਚਾ, ਰਾਤ ਪੈ ਗਈ ਹੈ, ਬੱਚਾ ਇਕੱਲਾ ਤੁਰਿਆ ਜਾ ਰਿਹਾ, ਉੱਤੇ ਹਨੇਰਾ, ਬੱਚਾ ਡਰ ਜਾਏਗਾ। ਭਾਵੇਂ ਕੋਈ ਵੀ ਨਾ ਆ ਰਿਹਾ ਹੋਵੇ, ਕੋਈ ਉਹਨੂੰ ਕੁਛ ਨਾ ਕਹੇ, ਪਰ ਡਰ ਜਾਏਗਾ, ਹਨੇਰਾ ਜੀ। ਮੈਂ ਦੇਖਿਆ ਕਿਸੇ ਬੱਚੇ ਨੂੰ ਰਾਤ ਨੂੰ ਕਹੋ, ਛੋਟੇ ਨੂੰ, ਕਾਕਾ ਬਿਜਲੀ ਚਲੀ ਗਈ, ਮੰਨ ਲਓ, ਤੁਸੀਂ ਕਹਿੰਦੇ ਕਾਕਾ ਉਸ ਕਮਰੇ 'ਚ ਕੋਈ ਚੀਜ਼ ਚੱਕ ਕੇ ਲਿਆ, ਉਹ ਜਾਂਦਾ ਨਹੀਂ ਹੈ। ਉਹ ਤਾਂ ਜਾਂਦਾ ਨਹੀਂ, ਮੈਨੂੰ ਡਰ ਲੱਗਦਾ। ਜਿਹੜੇ 10 ਵਾਰ ਉਸ ਕਮਰੇ 'ਚ ਗਿਆ ਹੁੰਦਾ, ਪਰ ਰਾਤ ਨੂੰ ਉਸ ਕਮਰੇ ਜਾਣ ਤੋਂ ਉਹਨੂੰ ਡਰ ਲੱਗਦਾ ਹੈ, ਕਿਉਂਕਿ ਹਨੇਰਾ ਹੈ। ਇਹ ਮਨੁੱਖ ਜੰਮਣ ਮਰਨ ਤੋਂ ਡਰਦਾ। ਕਿ ਜੇ ਭਾਈ ਤੁਹਾਨੂੰ ਜਨਮ ਮਰਨ ਤੋਂ ਡਰ ਲੱਗਦਾ ਨਾ, ਸਾਧ ਜਨਾ ਕੀ ਸ਼ਰਨੀ ਪਰੈ, ਤੁਸੀਂ ਸਾਧੂਆਂ ਦੀ ਸ਼ਰਨ 'ਚ ਆ ਜਾਓ, ਕਿਉਂਕਿ ਉਹ ਜਨਮ ਮਰਨ ਤੋਂ ਰਹਿਤ ਹੁੰਦੇ ਨੇ। ਉਹ ਜੰਮਣ ਮਰਨ ਦੇ ਚੱਕਰ ਤੋਂ ਉੱਪਰ ਹੁੰਦੇ ਨੇ। ਜਦੋਂ ਅਸੀਂ ਉਹਨਾਂ ਦੀ ਸ਼ਰਨ 'ਚ ਆਉਂਦੇ ਹਾਂ, ਉਹਨਾਂ ਦੀ ਅਸੀਂ ਸੰਗਤ ਕਰਦੇ ਹਾਂ, ਸਾਡਾ ਵੀ ਹੌਲੀ ਹੌਲੀ ਜੰਮਣ ਮਰਨ ਦਾ ਡਰ ਖਤਮ ਹੋ ਜਾਂਦਾ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਪਿਆਸ ਦਾ ਭਾਵ ਥਰਸਟ ਤੋਂ ਹੈ, ਭਾਵ ਇੱਛਾ। ਇੱਥੇ ਬਹੁਤ ਤੀਬਰ ਇੱਛਾ, ਇੱਕ ਤਾਂ ਸਧਾਰਨ ਇੱਛਾ ਹੁੰਦੀ ਹੈ, ਉਹਦੇ ਨਾਲ ਨਹੀਂ ਪ੍ਰਾਪਤੀ ਹੁੰਦੀ। ਇੱਕ ਉਹਦੇ ਤੀਬਰ ਇੱਛਾ, ਬਈ ਹਾਂ ਇਸ ਤੋਂ ਬਿਨਾਂ ਮੇਰਾ ਸਰਦਾ ਹੀ ਨਹੀਂ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਜਿਹਦੇ ਮਨ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਹੈ ਨਾ, ਨਾਨਕ ਤਾਕੈ ਬਲ ਬਲ ਜਸ। ਗੁਰੂ ਮਹਾਰਾਜ ਕਹਿੰਦੇ ਅਸੀਂ ਉਸ ਤੋਂ ਬਲਿਹਾਰ ਜਾਂਦੇ ਹਾਂ, ਵੀ ਸਦਕੇ ਤੇਰੇ, ਬਲਿਹਾਰ ਤੇਰੇ, ਵੀ ਤੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ। ਕਿਉਂਕਿ ਸਭ ਤੋਂ ਵਧੀਆ ਇੱਛਾ ਇਹੀ ਗਿਣੀ ਗਈ ਹੈ। ਪਰਮਾਤਮਾ ਨੂੰ ਮਿਲਣ ਦੀ ਇੱਛਾ ਰੱਖ ਕੇ ਜਦੋਂ ਅਸੀਂ ਨਾਮ ਜਪਦੇ ਹਾਂ, ਹੋਰ ਕੋਈ ਇੱਛਾ ਹੀ ਨਹੀਂ ਰੱਖਣੀ, ਬਾਕੀ ਇੱਛਾਵਾਂ ਤਾਂ ਆਪੇ ਹੀ ਪ੍ਰਾਪਤ ਹੋ ਜਾਂਦੀਆਂ ਨੇ। ਤੁਸੀਂ ਘਰ ਦੇ ਵਿੱਚ ਅੰਬ ਦਾ ਦਰਖਤ ਲਾ ਲਿਆ, ਦਰਖਤ ਕਿਸ ਲਈ ਲਾਇਆ? ਵੀ ਅੰਬ ਖਾਵਾਂਗੇ। ਪਰ ਆਮ ਕਹਾਵਤ ਹੈ, ਇੱਕ ਰੁੱਖ 100 ਸੁੱਖ। ਇੱਕ ਦਰਖਤ ਲਾ ਲਓ, ਉਸ ਤੋਂ ਕਿੰਨੇ ਹੀ ਸੁੱਖ ਹੁੰਦੇ ਨੇ। ਹਰਿਆਵਲ ਉਸ ਤੋਂ ਮਿਲਦੀ ਹੈ, ਛਾਂ ਉਸ ਤੋਂ ਮਿਲਦੀ ਹੈ,
ਬਾਲਣ ਉਸ ਤੋਂ ਮਿਲਦਾ ਹੈ, ਆਕਸੀਜਨ ਉਸ ਤੋਂ ਮਿਲਦੀ ਹੈ, ਸੁੰਦਰਤਾ ਉਸ ਤੋਂ ਮਿਲਦੀ ਹੈ। ਫਿਰ ਜਦ ਫੁੱਲ ਲੱਗਦੇ ਨੇ ਕਿੰਨੇ ਚੰਗੇ ਲੱਗਦੇ ਨੇ, ਅਤੇ ਫਲ ਤੇ ਅਖੀਰ ਤੇ ਹਨ। ਫਲਾਂ ਤੋਂ ਬਿਨਾਂ ਵੀ ਦਰਖਤ ਦੇ ਕਿੰਨੇ ਹੀ ਲਾਭ ਹਨ। ਇਸ ਲਈ ਕਹਿੰਦੇ ਜਿਸ ਪਰਮਾਤਮਾ ਦਰਸ਼ਨਾਂ ਦੀ ਪਿਆਸ ਹੈ, ਦਰਸ਼ਨਾਂ ਦੇ ਲਈ ਨਾਮ ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਇਹ ਬਾਕੀ ਸੁੱਖ ਤੇ ਆਪੇ ਮਿਲ ਜਾਣਗੇ। 100ਵੇਂ ਸੁੱਖ ਲਈ ਤੁਸੀਂ ਨਾਮ ਜਪਿਆ, 100ਵੇਂ ਸੁੱਖ ਲਈ ਅਸੀਂ ਅੰਬ ਬੀਜੇ ਵੀ ਅੰਬ ਖਾਵਾਂਗੇ। ਅੰਬ ਖਾਣ ਤੋਂ ਬਿਨਾਂ 99 ਸੁੱਖ ਤੇ ਵੈਸੇ ਹੀ ਮਿਲ ਗਏ। ਜਦੋਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਲਈ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਤਾਂ ਬਾਕੀ ਜਿਹੜੇ ਸੁੱਖ ਨੇ ਉਹ ਤਾਂ ਵੈਸੇ ਹੀ ਆਪਾਂ ਨੂੰ ਰੂੰਗੇ 'ਚ ਹੀ ਮਿਲ ਜਾਣੇ ਨੇ, ਅਤੇ ਨਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਅਤੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਗੁਰੂ ਮਹਾਰਾਜ ਕਹਿੰਦੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਇਹਨੂੰ ਅਗਮ ਅਪਾਰਾ ਨਹੀਂ ਪੜ੍ਹਨਾ। ਸੰਸਕ੍ਰਿਤ ਦਾ ਸ਼ਬਦ ਹੈ ਗਮ, ਗੱਗੇ ਤੇ ਟਿੱਪੀ ਮੰਮਾ ਗਮ। ਗਮ ਹੁੰਦਾ ਪਹੁੰਚਣਾ। ਅਗੰਮ ਜਿਸ ਤੱਕ ਪਹੁੰਚਿਆ ਨਾ ਜਾ ਸਕੇ, ਅਪਾਰਾ ਜਿਹਦਾ ਕੋਈ ਪਰਲਾ ਬੰਨੇ ਨਹੀਂ, ਬੇਅੰਤ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਉਹ ਬੇਅੰਤ ਪਰਮਾਤਮਾ, ਉਹ ਪਰਮਾਤਮਾ ਜਿਸ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਹੀ ਨਹੀਂ ਹੈ, ਉਸ ਪਰਮਾਤਮਾ ਜਦੋਂ ਪ੍ਰਾਪਤੀ ਹੁੰਦੀ ਨੇ, ਇੱਛਾਵਾਂ ਆਪਣੇ ਆਪ ਹੀ ਸਾਰੀਆਂ ਪੂਰੀਆਂ ਹੁੰਦੀਆਂ, ਇੱਛਾ ਕੋਈ ਰਹਿੰਦੀ ਹੀ ਨਹੀਂ। ਸੋ ਇਸ ਲਈ ਭਾਈ ਪਰਮਾਤਮਾ ਦੀ ਇੱਛਾ ਰੱਖ ਕੇ ਜੇ ਅਸੀਂ ਭਜਨ ਬੰਦਗੀ ਕਰਾਂਗੇ, ਗੁਰੂ ਮਹਾਰਾਜ ਕਹਿੰਦੇ ਮੈਂ ਇਹੋ ਜਿਹੇ ਇਨਸਾਨ ਤਾਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ। ਅਗਲੀ ਪੌੜੀ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸਾਰਿਆਂ ਪੁਰਖਾਂ ਦੇ ਵਿੱਚੋਂ ਪ੍ਰਧਾਨ ਪੁਰਖ ਕੌਣ ਹੈ? ਮਹਾਂਪੁਰਖ ਕੌਣ ਹੈ? ਪ੍ਰਧਾਨ ਪੁਰਖ ਨੂੰ ਮਹਾਂਪੁਰਖ ਵੀ ਕਹਿੰਦੇ ਨੇ। ਸਾਰਿਆਂ ਪੁਰਖਾਂ ਦੇ ਵਿੱਚੋਂ ਜਿਹੜਾ ਮਹਾਂਪੁਰਖ ਹੈ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਉਹ ਸਾਰੇ ਪੁਰਖਾਂ 'ਚੋਂ ਮਹਾਂਪੁਰਖ ਹੈ। ਕੌਣ? ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਸਤ ਸੰਗਤ 'ਚ ਆ ਕੇ ਜਿਹਦਾ ਹੰਕਾਰ ਖਤਮ ਹੋ ਜਾਂਦਾ। ਜਦੋਂ ਹੰਕਾਰ ਮਿਟ ਜਾਏਗਾ, ਹੰਕਾਰ ਖਤਮ ਹੋ ਜਾਏਗਾ, ਉਹਦੇ ਇਹ ਇਨਸਾਨ ਮਹਾਂਪੁਰਖ ਬਣ ਜਾਂਦਾ। ਕਿਉਂਕਿ ਸਾਡਾ ਜਿਹੜਾ ਹੰਕਾਰ ਹੈ, ਸਾਡਾ ਜੋ ਅਭਿਮਾਨ ਹੈ, ਇਹੀ ਪਰਮਾਤਮਾ ਤੇ ਸਾਡੇ ਵਿੱਚ ਕਰਾਰੀ ਭੀਤ ਹੈ, ਕਰਾਰੀ ਕੰਧ ਹੈ। ਇਹ ਜਿਹੜਾ ਇੱਕ ਪਰਦਾ ਹੈ, ਜਦੋਂ ਹੰਕਾਰ ਹਟਦਾ, ਜਿਹੜਾ ਪਰਮਾਤਮਾ ਦੇ ਸਾਡੇ ਵਿੱਚ ਕੰਧ ਹੈ, ਪਰਦਾ ਹੈ, ਉਹ ਹਟ ਜਾਂਦਾ ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਅਤੇ ਫਿਰ ਅਸੀਂ ਮਹਾਂਪੁਰਖ ਬਣ ਜਾਂਦੇ ਹਾਂ। ਇਸ ਲਈ ਉਹ ਮਹਾਂਪੁਰਖ ਹੁੰਦੇ ਨੇ ਜਿਨ੍ਹਾਂ ਦਾ ਸਤ ਸੰਗ 'ਚ ਆ ਕੇ, ਗੁਰੂ ਦੀ ਸੰਗ 'ਚ ਆ ਕੇ ਹੰਕਾਰ ਖਤਮ ਹੋ ਜਾਂਦਾ। ਆਪਸ ਕੋ ਜੋ ਜਾਣੈ ਨੀਚਾ, ਜਿਹੜਾ ਆਪਣੇ ਆਪ ਨੂੰ ਨੀਵਾਂ ਗਿਣਦਾ ਹੈ, ਕਹਿੰਦੇ ਨਾ ਜੀ ਮੈਂ ਤੇ ਨਿਮਾਣਾ ਹਾਂ, ਨਿਤਾਣਾ ਹਾਂ। ਇਹ ਕਹਿੰਦੇ ਉੱਤੋਂ ਉੱਤੋਂ ਕਹਿਣ, ਮੈਂ ਤਾਂ ਜੀ ਸੰਗਤ ਦਾ ਕੂਕਰ ਹਾਂ। ਅਗਲੇ ਦਿਨ ਉਹਨੂੰ ਕਹਿੰਦਾ ਆਓ ਜੀ ਕੂਕਰ ਜੀ। ਫਿਰ ਦੇਖੋ ਤਮਾਸ਼ਾ, ਜੋ ਕਹਿੰਦੇ ਨੇ ਬੋਲਣ ਦਾ ਚੱਜ ਨਹੀਂ। ਹੁਣ ਕਿ ਤੂੰ ਕੱਲ੍ਹ ਆਪ ਤੇ ਕਿਹਾ ਮੈਂ ਤਾਂ ਸੰਗਤ ਦਾ ਜੀ ਕੂਕਰ ਹਾਂ, ਅਤੇ ਫਿਰ ਮੈਂ ਤੈਨੂੰ ਕੂਕਰ ਕਹਿ ਤੈਨੂੰ ਤਕਲੀਫ ਕਾਹਦੀ? ਇਹ ਤਾਂ ਉਂਝ ਹੀ ਹੁੰਦਾ। ਮੈਂ ਤਾਂ ਸੰਗਤ ਦਾ ਦਾਸ ਹਾਂ। ਨਹੀਂ, ਐਕਚੁਅਲੀ ਹੁੰਦਾ ਉਹ ਚੌਧਰੀ ਹੈ, ਹੁੰਦਾ ਉਹ ਲੀਡਰ ਹੈ, ਅਤੇ ਆਪਣੇ ਆਪ ਨੂੰ ਦਾਸ ਕਹਿੰਦਾ। ਇਹ ਰਿਵਾਜ਼ ਹੋ ਗਿਆ ਆਪਣੇ ਆਪ ਨੂੰ ਦਾਸ ਕਹਿਣਾ। ਦਾਸ ਦੂਸ ਕੋਈ ਨਹੀਂ ਹੁੰਦਾ। ਜਿੱਦੇ ਦਾਸ ਹੋ ਗਏ ਤੇ ਤਾਂ ਸੰਤ ਮਹਾਤਮਾ ਹੋ ਜਾਣਾ ਹੈ। ਇਸ ਲਈ ਇਹ ਐਵੇਂ ਸ਼ਬਦ ਨੇ। ਆਪਸ ਕੋ ਜੋ ਜਾਣੈ ਨੀਚਾ, ਜਿਹੜਾ ਆਪਣੇ ਆਪ ਨੂੰ ਵਾਕਈ ਨੀਵਾਂ ਸਮਝੇ, ਉਹ ਫਿਰ ਕੀ ਹੁੰਦਾ? ਸੌ ਗਣੀਆਂ ਸਭ ਤੇ ਉੱਚਾ। ਇਹਨੂੰ ਉੱਚਾ ਨਹੀਂ ਪੜ੍ਹਨਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਦੋ ਸ਼ਬਦ ਨੇ, ਇੱਕ ਹੈ ਉੱਚਾ, ਊੜੇ ਨੌਕੜ ਚੱਚੇ ਨੂੰ ਕਰਨਾ ਉੱਚਾ, ਉਹ ਹੈ ਪੰਜਾਬੀ ਦਾ। ਜਦੋਂ ਊੜੇ ਨੂੰ ਦਰੈਂਕਰ ਲੱਗੇ ਹੋਣ ਫਿਰ ਇਹ ਹਿੰਦੀ ਦਾ ਹੋ ਜਾਂਦਾ। ਇਹਨੂੰ ਉੱਚਾ ਨਹੀਂ ਫਿਰ ਕਹਿਣਾ, ਫਿਰ ਉਹ ਕਹੇ ਉੱਚਾ। ਆਪਾਂ ਪੰਜਾਬੀ ਕਹਿੰਦੇ ਉੱਚਾ, ਹਿੰਦੀ ਕਹਿੰਦੇ ਨੇ ਉੱਚਾ। ਸੌ ਗਣੀਆਂ ਸਭ ਤੇ ਉੱਚਾ,
ਉਸ ਨੂੰ ਸਭ ਤੋਂ ਉੱਚਾ ਗਿਣਨਾ ਚਾਹੀਦਾ ਹੈ। ਕਿਸ ਨੂੰ? ਜਿਹੜਾ ਕਹਿੰਦਾ ਮੈਂ ਸਭ ਤੋਂ ਨੀਵਾਂ ਹਾਂ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਰੀਨਾ ਚਰਨ ਧੂੜ ਨੂੰ ਕਹਿੰਦੇ ਨੇ। ਅੱਜ ਸਾਧੂਆਂ ਸੰਤਾਂ ਮਹਾਤਮਾ ਗੁਰੂ ਦੇ ਚਰਨਾਂ ਜਿਹੜੀ ਧੂੜ ਹੁੰਦਾ ਹੈ ਉਹਨੂੰ ਰੇਣੂ ਕਿਹਾ ਗਿਆ, ਉਹਨੂੰ ਰੇਣ ਕਿਹਾ ਗਿਆ, ਉਹਨੂੰ ਰੀਨਾ ਕਿਹਾ ਗਿਆ ਹੈ। ਪਾ ਬਹੁਤ ਨਿਮਾਣਾ ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਸ ਜਾ ਕਾ ਹੁੰਦਾ ਜਿਸ ਦਾ, ਇਹਨੂੰ ਜਾਂ ਕਾ ਨਹੀਂ ਬੋਲਣਾ। ਜਾ ਹਿੰਦੀ ਦਾ ਸ਼ਬਦ ਹੈ, ਜਾ ਮੈਨੇ ਜਿਸ, ਕਾ ਮੈਨੇ ਦਾ, ਇਹ ਪੰਜਾਬੀ ਨਹੀਂ ਹੈ। ਜਾਂ ਦਾ ਅਰਥ ਹੁੰਦਾ ਵੀ ਜਾਂ ਤੂੰ ਇਹ ਕੰਮ ਕਰ ਜਾਂ ਉਹ ਕਰੇ। ਉਹ ਤਾਂ ਜਿਵੇਂ ਇੰਗਲਿਸ਼ 'ਚ ਹੁੰਦਾ ਔਰ ਉਹ ਆਰ ਔਰ, ਜਾਂ ਦਾ ਮਤਲਬ ਤੇ ਉਹ ਹੁੰਦਾ ਜਾਂ ਉਹ ਜਾਂ ਮੈਂ। ਇਹ ਜਾ ਕਾ ਜਿਸ ਦਾ, ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਾ ਕਾ ਦਾ ਫਿਰ ਇੱਕ ਦੂਜਾ ਸ਼ਬਦ ਤਾ ਕਾ, ਉਸ ਦਾ। ਜਾ ਮੈਨੇ ਜਿਸ, ਤਾ ਮੈਨੇ ਉਸ, ਜਾ ਕਾ ਜਿਸ ਦਾ, ਤਾ ਕਾ ਇਹ ਵੀ ਹਿੰਦੀ ਦਾ ਸ਼ਬਦ ਹੈ। ਤਾ ਉਸ, ਕਾ ਦਾ ਉਸ ਦਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਜਿਸ ਦਾ ਮਨ ਸਾਰ ਦੀ ਚਰ ਧੂੜ ਹੋ ਜਾਵੇ, ਭਾਵ ਜਿਹਦਾ ਮਨ ਅਤੀ ਨਿਮਾਣਾ ਹੋ ਜਾਵੇ। ਹਰ ਹਰ ਨਾਮ ਤਿਨ ਘਟ ਘਟ ਚੀਨਾ, ਉਹ ਫਿਰ ਹਰ ਹਿਰਦੇ ਦੇ ਵਿੱਚ, ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਸਮਝਦਾ ਵੀ ਹਾਂ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ। ਉਹਨੂੰ ਵੇਖ ਲੈਂਦਾ, ਉਸ ਨੂੰ ਮਹਿਸੂਸ ਕਰ ਲੈਂਦਾ ਹੈ, ਉਹਦੀ ਉਹਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਭ ਦੇ ਅੰਦਰ ਵਸ ਰਿਹਾ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਜਿਹੜਾ ਆਪਣੇ ਮਨ ਤੋਂ ਬੁਰਾਈ ਖਤਮ ਕਰ ਲੈਂਦਾ, ਮਨ ਆਪਣੇ ਤੇ ਬੁਰਾ ਮਿਟਾਨਾ, ਜਿਹੜਾ ਆਪਣੇ ਮਨ ਤੋਂ ਬੁਰੇ ਖਿਆਲ, ਬੁਰੇ ਕੰਮਾਂ ਦਾ ਖਿਆਲ ਜਿਹੜੇ ਆਉਂਦੇ ਨੇ, ਜਿਹੜਾ ਇਹ ਮਿਟਾ ਲੈਂਦਾ ਹੈ। ਕਿਉਂਕਿ ਪਹਿਲਾਂ ਖਿਆਲ ਆਉਂਦਾ, ਫਿਰ ਮਨੁੱਖ ਕਰਮ ਕਰਦਾ। ਮੰਨ ਲਓ ਚੋਰੀ ਦਾ ਮੈਨੂੰ ਵਾਰੀ ਵਾਰੀ ਖਿਆਲ ਆ ਰਿਹਾ ਹੈ, ਤਾਂ ਕਦੇ ਮੌਕਾ ਲੱਗਣ 'ਤੇ ਮੈਂ ਚੋਰੀ ਕਰ ਸਕਦਾ ਹਾਂ, ਕਿਉਂਕਿ ਖਿਆਲ ਆ ਰਿਹਾ ਵਾਰੀ ਵਾਰੀ। ਇਸ ਲਈ ਪਹਿਲਾਂ ਖਿਆਲ ਆਉਂਦਾ, ਫਿਰ ਬੰਦਾ ਉਹਦੇ ਅਨੁਸਾਰ ਕਰਮ ਕਰਦਾ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਜਦੋਂ ਮਨੁੱਖ ਆਪਣੇ ਮਨ ਤੋਂ ਮਾੜਾ ਕਿਸ ਦਾ ਕਰਨ ਦਾ ਖਿਆਲ ਹੀ ਮਿਟਾ ਦੇਵੇ ਨਾ, ਫਿਰ ਕੀ ਹੋਏਗਾ? ਪੇਖੈ ਸਗਲ ਸ੍ਰਿਸ਼ਟ ਸਾਜਨਾ, ਉਹ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਆਪਣੇ ਸੱਜਣ ਸਮਝਦਾ। ਉਹਦੇ ਲਈ ਫਿਰ ਕੋਈ ਦੁਸ਼ਮਣ ਹੁੰਦਾ ਹੀ ਨਹੀਂ, ਕਿਉਂਕਿ ਸਿਆਣੇ ਕਹਿੰਦੇ ਨੇ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹੀ ਸਾਡੀ ਸੋਚ ਹੈ ਨਾ, ਉਹੋ ਜਿਹਾ ਸੰਸਾਰ ਹੁੰਦਾ। ਇੰਗਲਿਸ਼ ਕਹਿੰਦੇ ਦੇਅਰ ਇਜ਼ ਨਥਿੰਗ ਗੁੱਡ ਔਰ ਬੈਡ ਇਨ ਦਿਸ ਵਰਲਡ, ਇਟ ਇਜ਼ ਓਨਲੀ ਆਵਰ ਥਿੰਕਿੰਗ ਦੈਟ ਮੇਕਸ ਇਟ ਸੋ। ਸੰਸਾਰ 'ਚ ਕੁਝ ਵੀ ਮਾੜਾ ਅਤੇ ਚੰਗਾ ਨਹੀਂ, ਇਹ ਸਾਡੀ ਸੋਚ ਹੈ ਜਿਸ ਦੇ ਅਨੁਸਾਰ ਸਾਨੂੰ ਕੋਈ ਮਾੜਾ ਅਤੇ ਕੋਈ ਚੰਗਾ ਦਿਸਦਾ ਹੈ। ਜਦੋਂ ਸਾਡੀ ਸੋਚ ਹੀ ਉੱਚੀ ਹੋ ਜਾਏਗੀ, ਫਿਰ ਸਾਰੇ ਹੀ ਚੰਗੇ ਦਿਸਣ ਲੱਗ ਜਾਂਦੇ ਨੇ। ਜਿਵੇਂ ਕਹਿੰਦੇ ਚੋਰ ਨੂੰ ਸਾਰੇ ਚੋਰ ਹੀ ਦਿਸਦੇ ਨੇ, ਕਿਉਂ? ਉਹ ਆਪ ਚੋਰ ਹੈ, ਉਹਨੂੰ ਲੱਗਦਾ ਸਾਰੇ ਚੋਰ ਨੇ। ਜਿਹੜਾ ਨਾਮ ਜਪਣ ਵਾਲਾ ਹੈ, ਦੇਖੋ ਜਿੰਨਾ ਚਿਰ ਤੁਸੀਂ ਨਾਮ ਨਹੀਂ ਜਪਦੇ ਤੁਹਾਨੂੰ ਲੱਗੂ ਕੋਈ ਨਾਮ ਨੂੰ ਨਹੀਂ ਜਪਦਾ, ਪਰ ਜੇ ਤੁਸੀਂ ਆਪ ਨਾਮ ਜਪਣ ਲੱਗ ਜਾਓ ਨਾ, ਫਿਰ ਤੁਸੀਂ ਦੇਖੋ ਇਹਦੇ ਵੀ ਬੁੱਲ ਹਿੱਲ ਰਹੇ ਨੇ, ਇਹ ਵੀ ਨਾਮ ਜਪ ਰਿਹਾ, ਇਹਦੇ ਵੀ ਬੁੱਲ ਹਿੱਲ ਰਹੇ ਨੇ, ਇਹ ਵੀ ਨਾਮ ਜਪ। ਕਿੰਨੇ ਹੀ ਤੁਹਾਨੂੰ ਨਾਮ ਜਪਣ ਵਾਲੇ ਦਿਸਣ ਲੱਗ ਜਾਣਗੇ, ਕਿਉਂਕਿ ਤੁਸੀਂ ਆਪ ਜੋ ਨਾਮ ਜਪਣ ਲੱਗ ਗਏ ਹੋ। ਇਸ ਲਈ ਜਿਹੋ ਜਿਹੇ ਅਸੀਂ ਆਪ ਹੁੰਦੇ ਉਹੋ ਜਿਹਾ ਸਾਨੂੰ ਸੰਸਾਰ ਦਿਸਦਾ ਹੈ। ਇਸ ਲਈ ਜਦੋਂ ਆਪਣੇ ਅੰਦਰੋਂ ਜਿਹੜਾ ਹੈ ਵੈਰ ਵਿਰੋਧ ਹੀ ਛੱਡ ਦਿੱਤਾ ਹੈ, ਤਾਂ ਫਿਰ ਸਾਰਾ ਸੰਸਾਰ ਆਪਣਾ ਹੀ ਦਿਸਦਾ ਹੈ, ਆਪਣਾ ਪਿਆਰਾ ਦਿਸਦਾ ਹੈ। ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਜਿਹੜਾ ਵਿਅਕਤੀ ਸੁੱਖ ਅਤੇ ਦੁੱਖ ਨੂੰ ਬਰਾਬਰ ਦੇਖਦਾ ਹੈ, ਸਮ ਹੁੰਦਾ ਬਰਾਬਰ, ਜਿਹੜਾ ਸੁੱਖ ਅਤੇ ਦੁੱਖ ਨੂੰ ਬਰਾਬਰ ਸਮਝਦਾ ਹੈ। ਕਿਉਂਕਿ ਜਿਹੜਾ ਜਨ ਹੁੰਦਾ ਹੈ ਪਰਮਾਤਮਾ ਦਾ ਭਗਤ ਹੁੰਦਾ ਹੈ, ਉਹਨੂੰ ਗਿਆਨ ਹੁੰਦਾ ਹੈ। ਸੁਖ ਦੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਸੁੱਖ ਅਤੇ ਦੁੱਖ ਤੇ ਪਰਮਾਤਮਾ ਦੇ ਹੁਕਮ ਨਾਲ ਆਉਂਦੇ ਨੇ, ਇਹ ਤਾਂ ਉਹਦੇ ਹੁਕਮ ਨਾਲ ਆਉਂਦੇ ਨੇ। ਅਤੇ ਪਰਮਾਤਮਾ ਜੋ ਸਾਨੂੰ ਦਿੰਦਾ ਹੈ ਉਹ ਠੀਕ ਦਿੰਦਾ,
ਗੁਰਬਾਣੀ ਜਿਸ ਕਈਆਂ ਨੂੰ ਸਦਾ ਹੀ ਭੁੱਖ ਦੀ ਮਾਰ ਪਈ ਰਹਿੰਦੀ ਹੈ, ਸਦਾ ਹੀ ਵਿਚਾਰੇ ਭੁੱਖੇ ਰਹਿੰਦੇ ਨੇ, ਅਤੀ ਗਰੀਬ ਰਹਿੰਦੇ ਨੇ। ਇਹ ਵੀ ਦਾਤ ਤੇਰੀ ਦਾਤਾਰ, ਪਰ ਕਹੇ ਦਾਤਾ ਵੀ ਤੇਰੀ ਦਾਤ ਹੈ। ਉਹ ਸਮਝਦੇ ਨੇ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਵੈਸੇ ਪਰਮਾਤਮਾ ਤਾਂ ਜੋ ਕਰਦਾ ਠੀਕ ਹੀ ਕਰਦਾ, ਪਰ ਉਹ ਸਾਡੇ ਪੁਆਇੰਟ ਤੋਂ ਠੀਕ ਨਹੀਂ ਹੁੰਦਾ। ਸਾਡੀ ਆਪਣੀ ਸੋਚ ਹੈ, ਪਰਮਾਤਮਾ ਦੀ ਆਪਣੀ ਸੋਚ ਹੈ। ਜਿੰਨਾ ਚਿਰ ਅਸੀਂ ਆਪਣੀ ਸੋਚ ਨੂੰ ਪਰਮਾਤਮਾ ਦੀ ਸੋਚ ਨਾਲ ਨਹੀਂ ਮਿਲਾਉਂਦੇ, ਉਹਨਾਂ ਚਿਰ ਸਾਡੀ ਕੋਈ ਗੱਲ ਨਹੀਂ ਬਣਦੀ। ਮੇਲ ਤੇ ਵਿਚਾਰਾਂ ਦਾ ਹੁੰਦਾ, ਸਰੀਰਾਂ ਦਾ ਨਹੀਂ ਹੁੰਦਾ। ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਧਨ ਫਿਰ ਕਹੀਏ ਨਾਨਕਾ। ਕਿਹਨੂੰ ਕਹਿੰਦੇ ਧਨ ਫਿਰ? ਜਿਹਨਾਂ ਦੇ ਇੱਕੋ ਜਿਹਾ ਸੁਭਾਅ ਹੋ ਜਾਂਦਾ। ਇੱਕੋ ਜਿਹਾ ਜਦੋਂ ਦੋਨਾਂ ਦਾ ਸੁਭਾਅ ਹੋ ਜਾਏ, ਫਿਰ ਉਹ ਪਤੀ ਪਤਨੀ ਨੇ। ਇਹ ਨਹੀਂ ਕਿ ਇਕੱਠੇ ਬੈਠੇ ਨੇ। ਇਕੱਠੇ ਬੈਠਣ ਨਾਲ ਨਹੀਂ ਗੱਲ ਬਣਦੀ, ਸੁਭਾਵਾਂ ਦਾ ਮੇਲ ਹੁੰਦਾ। ਜਿੰਨਾ ਚਿਰ ਦੋ ਦੋਸਤਾਂ ਦਾ ਸੁਭਾਅ ਇੱਕੋ ਜਿਹਾ, ਦੋਸਤੀ ਰਹੇਗੀ। ਜਿੱਦੇ ਸੁਭਾਅ ਬਦਲੇ, ਦੋਸਤੀ ਟੁੱਟ ਜਾਏਗੀ। ਹਸਬੈਂਡ ਵਾਈਫ ਦਾ ਸੁਭਾਅ ਮਿਲਦਾ, ਬੜਾ ਪਿਆਰ ਹੈ। ਜਿੱਦੇ ਸੁਭਾਵਾਂ 'ਚ ਫਰਕ ਪੈ ਗਿਆ, ਤੂੰ ਮੈਂ ਸ਼ੁਰੂ ਹੋ ਜਾਂਦੀ, ਟੁੱਟ ਫੁੱਟ ਹੋ ਜਾਂਦੀ ਹੈ। ਅਸੀਂ ਆਪਣੇ ਸੁਭਾਅ ਨੂੰ ਪਰਮਾਤਮਾ ਦੇ ਸੁਭਾਅ ਅਨੁਸਾਰ ਕਰਨਾ। ਯਾਦ ਰੱਖਿਓ, ਪਰਮਾਤਮਾ ਨੇ ਆਪਣਾ ਸੁਭਾਅ ਸਾਡੇ ਅਨੁਸਾਰ ਨਹੀਂ ਕਰਨਾ। ਕਿਤੇ ਕਹੋ ਵੀ ਹਾਂਜੀ, ਜਿਵੇਂ ਕਿਸੇ ਨੂੰ ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਲੱਗਦਾ, ਉਹ ਕਹਿੰਦਾ ਨਹੀਂ ਯਾਰ 6 ਵਜੇ ਅੰਮ੍ਰਿਤ ਵੇਲਾ ਹੋਣਾ ਚਾਹੀਦਾ ਹੈ। ਉਹ ਸਾਡੇ ਕਹਿਣ ਨਾਲ ਥੋੜ੍ਹੇ ਅੰਮ੍ਰਿਤ ਵੇਲਾ 6 ਵਜੇ ਹੋ ਜਾਏਗਾ। ਜੋ ਗੁਰੂ ਮਹਾਰਾਜ ਨੇ ਕਿਹਾ, ਕਈ ਮੈਨੂੰ ਪੁੱਛਿਆ ਅੰਮ੍ਰਿਤ ਵੇਲਾ ਕਿਹਨੂੰ ਕਹਿੰਦੇ ਨੇ ਜੀ? ਮੈਂ ਜਦੋਂ ਸੂਰਜ ਨਿਕਲਣ ਦੇ ਵਿੱਚ 3 ਘੰਟੇ ਰਹਿ ਜਾਣ, ਮੰਨ ਲਓ ਗਰਮੀਆਂ ਦੇ ਮੌਸਮ 6 ਵਜੇ ਸੂਰਜ ਨਿਕਲਦਾ ਹੈ, ਅੰਮ੍ਰਿਤ ਵੇਲਾ 3 ਵਜੇ ਸ਼ੁਰੂ ਹੋ ਜਾਂਦਾ। ਸਰਦੀਆਂ 'ਚ 7 ਵਜੇ ਸੂਰਜ ਨਿਕਲਦਾ ਹੈ, ਅੰਮ੍ਰਿਤ ਵੇਲਾ 4 ਵਜੇ ਸ਼ੁਰੂ ਹੋ ਜਾਂਦਾ ਹੈ। ਇੱਕ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ। ਸਿੱਖ ਨੂੰ ਉਦੋਂ ਹੁਕਮ ਹੈ ਕਿ ਤੂੰ ਭਾਈ ਉੱਠ, ਇਸ਼ਨਾਨ ਕਰ, ਕੋਈ ਦੁੱਧ ਚਾਹ ਜੋ ਤੂੰ ਪੀਣਾ ਪੀ ਲੈ, ਅਤੇ ਫਿਰ ਤੂੰ ਸਿਮਰਨ ਕਰ। ਗੁਰਸਿੱਖ ਦਾ ਨਿਯਮ ਹੈ ਕਿ ਪਹਿਲਾਂ ਸਿਮਰਨ ਕਰਨਾ। ਜਦੋਂ ਫਿਰ ਦਿਨ ਚੜ੍ਹ ਜਾਏ, ਪੁਰਾਣੇ ਜ਼ਮਾਨੇ ਦੇ ਵਿੱਚ ਲਾਈਟਾਂ ਦਾ ਪ੍ਰਬੰਧ ਨਹੀਂ ਸੀ ਹੁੰਦਾ ਇੰਨਾ, ਉਹ ਜਿਹੜਾ ਦੀਵੇ ਆਜ ਹੁੰਦੇ ਸਨ, ਹਨੇਰਾ ਹੁੰਦਾ ਸੀ, ਇਸ ਲਈ ਸਿੱਖ ਨੂੰ ਕੁਛ ਤੋਂ ਪਹਿਲਾਂ ਨਾਗ ਤੋਂ ਕਿ ਸਿਮਰਨ ਕਰ। ਜਦੋਂ ਦਿਨ ਚੜ੍ਹੇਗਾ, ਚਾਨਣ ਹੋ ਜਾਏਗਾ, ਫਿਰ ਤੂੰ ਗੁਰਦੁਆਰੇ ਜਾਈਂ ਅਤੇ ਉੱਥੇ ਪਰਮਾਤਮਾ ਦੀ ਸਿਫਤ ਸਲਾਹ ਸੁਣੀ। ਸੋ ਪਹਿਲਾਂ ਅਸੀਂ ਸਿਮਰਨ ਕਰਨਾ, ਉਦੋਂ ਬਾਅਦ ਫਿਰ ਅਸੀਂ ਨਿਤਨੇਮ ਕਰਨਾ ਹੈ। ਇਹ ਕਰਨੇ ਦੋਨੋਂ ਕੰਮ ਜ਼ਰੂਰ ਨੇ। ਨਿਤਨੇਮ ਵੀ ਕਰਨਾ। ਜਿਹੜਾ ਬੰਦਾ ਅੰਮ੍ਰਿਤਧਾਰੀ ਹੁੰਦਾ ਨਾ, ਉਹਨੇ 5 ਬਾਣੀਆਂ ਸਵੇਰੇ ਪੜ੍ਹਨੀਆਂ ਨੇ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ। ਇਹ 5 ਬਾਣੀਆਂ ਸਵੇਰੇ ਪੜ੍ਹਨੀਆਂ ਨੇ। ਦਿਨ ਛਿਪਣ ਵੇਲੇ ਰਹਿ ਰਾਸ ਦਾ ਪਾਠ ਕਰਨਾ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ 12 ਵਜੇ ਤੋਂ ਪਹਿਲਾਂ ਸੋਹਲੇ ਸਾਹਿਬ ਦਾ ਪਾਠ ਕਰਕੇ ਸੌਣਾ ਹੈ। ਇਹ ਜ਼ਰੂਰੀ ਹੁੰਦਾ ਸਭ ਲਈ। ਜਿੰਨੇ ਵੀ ਅੰਮ੍ਰਿਤਧਾਰੀ ਨੇ, ਸੰਤ ਸੀਤਲ ਸਿੰਘ ਮਹਾਰਾਜ ਮੈਨੂੰ ਕਈ ਵਾਰੀ ਕਹਿੰਦੇ ਭਿੱਡਰ ਸਾਹਿਬ, ਜਿਹੜਾ ਨਿਤਨੇਮ 'ਚ ਕੋਈ ਛੂਟ ਨਹੀਂ ਹੈ। ਮੈਂ ਜੀ ਜਿਵੇਂ ਤੁਸੀਂ ਬਹੁਤ ਬਜ਼ੁਰਗ ਹੋ ਗਏ ਹੋ, 95 ਸਾਲ ਦੇ ਹੋ ਗਏ ਹੋ, ਤੁਸੀਂ ਮੈਨੂੰ ਕਹਿੰਦੇ ਭਿੰਡਰ ਸਾਹਿਬ ਹੁਣ ਮੇਰੇ ਤੋਂ ਨਾ ਪਾਠ ਨਹੀਂ ਕਰ ਹੁੰਦਾ। ਜੇ ਮੈਂ ਮੂੰਹ ਜ਼ਬਾਨੀ ਜੇ ਕਰਦਾ, ਯਾਦ ਤਾਂ ਸੀ ਮੈਨੂੰ, ਪਰ ਬੁਢਾਪੇ ਵਿੱਚੋਂ ਭੁੱਲ ਜਾਂਦਾ ਹੈ। ਜੇ ਮੈਂ ਉਂਝ ਬਾਣੀ ਪੜ੍ਹਨ ਲੱਗਦਾ ਗੁਟਕਾ ਲੈ ਕੇ, ਮੇਰੀ ਅੱਖਾਂ 'ਚ ਪਾਣੀ ਆਉਣ ਲੱਗ ਜਾਂਦਾ ਹੈ। ਮੈਂ ਫਿਰ ਤੁਸੀਂ ਕਿਵੇਂ ਨਿਤਨੇਮ ਕਰਦੇ ਹੋ? ਤੁਸੀਂ ਕਹਿੰਦੇ ਹੋ ਭਿੰਡਰ ਸਾਹਿਬ ਨਿਤਨੇਮ ਛੂਟ ਹੀ ਕੋਈ ਨਹੀਂ, ਫਿਰ ਤੁਸੀਂ ਨਿਤਨੇਮ ਕਿਵੇਂ ਕਰਦੇ ਹੋ? ਕਹਿੰਦੇ ਭਾਈ ਸਵੇਰੇ ਜਿਹੜੇ ਪ੍ਰਕਾਸ਼ ਕਰਨ ਆਉਂਦੇ ਨੇ, ਉਹ ਪ੍ਰਕਾਸ਼ ਕਰਨ ਤੋਂ ਬਾਅਦ ਫਿਰ ਮੈਨੂੰ ਨਿਤਨੇਮ ਸੁਣਾਉਂਦੇ ਨੇ। ਕਈ ਵਾਰੀ ਭਿੱਡਰ ਸਾਹਿਬ ਉਹ ਨਾ ਲੇਟ ਹੋ ਜਾਂਦੇ ਨੇ, ਉੱਧਰੋਂ ਸਮਾਂ ਹੋ ਗਿਆ ਹੁੰਦਾ ਹੈ, ਫਿਰ 10ਮ ਪਾਤਸ਼ਾਹ ਆਪ ਆ ਕੇ ਮੈਨੂੰ ਨਿਤਨੇਮ ਸੁਣਾ ਕੇ ਜਾਂਦੇ ਨੇ। ਸੋ ਇਸ ਲਈ ਕਹਿੰਦੇ ਨਿਤਨੇਮ ਤਾਂ ਕਰਨਾ ਹੀ ਕਰਨਾ, ਇਹ 'ਚ ਕੋਈ ਛੂਟ ਨਹੀਂ। ਹਾਂ, ਸਰੀਰ ਆਗਿਆ ਨਹੀਂ ਦਿੰਦੀ। ਅੱਜ ਕੱਲ੍ਹ ਕੈਸਟਾਂ ਹੈਗੀਆਂ, ਬੜਾ ਕੁਛ ਅੱਜ ਕੱਲ੍ਹ ਤਾਂ ਆ ਗਿਆ ਹੈ, ਰਿਕਾਰਡਡ ਕੀਤਾ ਹੋਇਆ। ਤੁਸੀਂ ਭਾਈ ਇਹ ਸਰੀਰ ਆਗਿਆ ਨਹੀਂ ਦਿੰਦਾ, ਉਹ ਰਿਕਾਰਡ ਕੀਤਾ ਹੋਇਆ ਨਿਤਨੇਮ ਤੁਸੀਂ ਸੁਣ ਸਕਦੇ ਹੋ। ਸੋ ਕਰਨਾ ਜ਼ਰੂਰ ਹੁੰਦਾ, ਕਦੇ ਇਸ 'ਚ ਕੋਈ ਛੂਟ ਨਹੀਂ ਹੁੰਦੀ। ਸੋ ਗੁਰੂ ਮਹਾਰਾਜ ਕਹਿੰਦੇ
ਸੂਖ ਦੁਖ ਜਨ ਸਮ ਦ੍ਰਿਸ਼ਟਿਤ। ਜਿਹੜਾ ਵਿਅਕਤੀ ਦੁੱਖ ਅਤੇ ਸੁੱਖ ਨੂੰ ਬਰਾਬਰ ਸਮਝਦਾ ਹੈ, ਨਾਨਕ ਪਾਪ ਪੁੰਨ ਨਹੀਂ ਲੇਪਾ। ਇਹੋ ਜਿਹੇ ਉੱਤੇ ਪਾਪ ਅਤੇ ਪੁੰਨ ਦਾ ਕੋਈ ਅਸਰ ਹੀ ਨਹੀਂ ਹੁੰਦਾ ਹੈ, ਕਿਉਂਕਿ ਸਭ ਨੂੰ ਬਰਾਬਰ ਸਮਝ ਰਿਹਾ ਹੈ। ਇਸ ਲਈ ਇਹ ਪਾਪ ਪੁੰਨ ਦੇ ਉੱਪਰ ਉੱਠ ਜਾਂਦਾ ਉਹ ਤੇ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ। ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਪਾਪ ਕੀ ਹੈ ਅਤੇ ਪੁੰਨ ਕੀ ਹੈ, ਬਸ ਉਹ ਤੇ ਪਰਮਾਤਮਾ ਨਾਮ ਜਪਦਾ ਰਹਿੰਦਾ ਹੈ। ਅੱਗੇ ਕਹਿੰਦੇ ਨਿਰਧਨ ਕੋ ਧਨ ਤੇਰੋ ਨਾਮ। ਹੇ ਪਰਮਾਤਮਾ, ਗਰੀਬ ਲਈ ਜਿਹੜਾ ਤੇਰਾ ਨਾਮ ਹੀ ਧਨ ਹੈ। ਵੈਸੇ ਤੇ ਮਾਇਆ ਧਨ ਹੈ ਨਾ, ਪਰ ਜਿਹੜਾ ਤੇਰਾ ਨਾਮ ਹੈ ਨਾ, ਜੇ ਕੋਈ ਉਸ ਨੂੰ ਧਨ ਸਮਝ ਲਵੇ ਨਾ, ਉਹ ਗਰੀਬ ਰਹਿ ਹੀ ਨਹੀਂ ਸਕਦਾ। ਵੈਸੇ ਤਾਂ ਗੁਰੂ ਨਾਨਕ ਦਾ ਸਿੱਖ ਗਰੀਬ ਹੁੰਦਾ ਹੀ ਨਹੀਂ, ਪਰ ਜਦੋਂ ਮੈਂ ਦੇਖਦਾ ਮੈਂ ਬੜਾ ਹੈਰਾਨ ਹੁੰਦਾ ਹਾਂ ਕਿ ਇਹਨਾਂ ਸਿੱਖ ਤੇ ਹਨ, ਪਰ ਜੇ ਕਿਸੇ ਗੁਰੂ ਦੇ ਵੀ ਸਿੱਖ ਨਹੀਂ। ਇਹ ਗੁਰੂ ਨਾਨਕ ਦੇ ਸਿੱਖ ਹੀ ਨਹੀਂ। ਗੁਰੂ ਨਾਨਕ ਦਾ ਸਿੱਖ ਤੇ ਗਰੀਬੀ, ਇਹ ਤੇ ਗੱਲ ਹੀ ਨਹੀਂ ਹੈਗੀ, ਇਹਦਾ ਮੇਲ ਹੀ ਕੋਈ ਨਹੀਂ। ਗੁਰੂ ਨਾਨਕ ਦੇਵ ਜੀ ਦਾ ਸਿੱਖ ਗਰੀਬ ਹੋ ਹੀ ਨਹੀਂ ਸਕਦਾ। ਜੇ ਗੁਰੂ ਨਾਨਕ ਦੇ ਸਿੱਖ ਗਰੀਬ ਹੋਵੇ ਫਿਰ ਦਸਵੰਧ ਕਿਵੇਂ ਕੱਢੇ ਵੀ ਉਹ? ਮੰਨ ਲਓ ਮੇਰੇ ਕੋਲ ਖਾਣ ਨੂੰ ਰੋਟੀ ਕੋਈ ਨਹੀਂ, ਤੇ ਫਿਰ ਮੈਂ ਦਸਵੰਧ ਕਿੱਥੋਂ ਕੱਢਾਂਗਾ? ਤੇ ਗੁਰੂ ਮਹਾਰਾਜ ਨੇ ਕਿਹਾ ਹਰ ਸਿੱਖ ਨੇ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਗੁਰੂ ਘਰ ਨੂੰ ਦੇਣਾ ਹੈ। ਇਹਦਾ ਮਤਲਬ ਉਹਨਾਂ ਸੋਚਿਆ ਸੀ ਮੇਰਾ ਸਿੱਖ ਅਮੀਰ ਹੋਵੇਗਾ। ਤੇ ਜੇ ਸਿੱਖ 5-6 ਗੱਲਾਂ ਤੇ ਪਹਿਰਾ ਦੇ ਦੇ ਨਾ, ਇਹ ਅਮੀਰ ਹੋ ਸਕਦਾ ਹੈ। ਨੰਬਰ 1, 10 ਨੂੰਹ ਦੀ ਕਿਰਤ ਕਰਨੀ ਹੈ। ਅੱਜ ਸਿੱਖ ਕਿਰਤ ਹੀ ਛੱਡ ਬੈਠਾ ਹੈ, ਇਹ ਤੇ ਕੰਮ ਕਰਕੇ ਰਾਜੀ ਕੋਈ ਨਹੀਂ, ਤੇ ਵਿਹਲੇ ਰਹਿ ਕੇ ਫਿਰ ਕਿਵੇਂ ਗੁਜ਼ਾਰਾ ਹੋਵੇਗਾ? ਫਿਰ ਜੇ ਕਿਰਤ ਕਰਦਾ ਤਾਂ 10 ਨੂੰਹ ਦੀ ਨਹੀਂ ਕਰਦਾ। ਕੋਈ ਚੋਰੀ ਕਰ ਰਿਹਾ, ਕੋਈ ਡਾਕੇ ਮਾਰ ਰਿਹਾ, ਕੋਈ ਠੱਗੀ ਕਰ ਰਿਹਾ, ਕੋਈ ਮਿਲਾਵਟ ਕਰ ਰਿਹਾ, ਕੋਈ ਧੋਖਾਧੜੀ ਕਰ ਰਿਹਾ, ਕੋਈ ਰਿਸ਼ਵਤ ਲੈ ਰਿਹਾ, ਕੋਈ ਕਈ ਕੁਛ ਮਨੁੱਖ ਕਰਦਾ ਹੈ। ਇਹ ਸਿੱਖ ਦਾ ਕੰਮ ਨਹੀਂ ਹੈ। ਸਿੱਖ ਦਾ ਕੰਮ ਨਹੀਂ ਚੋਰੀਆਂ ਕਰਨਾ, ਨਾ ਡਾਕੇ ਮਾਰਨਾ, ਨਾ ਠੱਗੀਆਂ ਕਰਨਾ, ਨਾ ਮਿਲਾਵਟਾਂ ਕਰਨਾ, ਨਾ ਧੋਖਾਧੜੀ ਕਰਨੀ, ਨਾ ਰਿਸ਼ਵਤ ਲੈਣੀ। ਇਹ ਸਿੱਖ ਦਾ ਕੰਮ ਹੀ ਨਹੀਂ ਹੈ। ਸਿੱਖ ਨੇ 10 ਨੂੰਹ ਦੀ ਕਿਰਤ ਕਰਨੀ ਹੈ। ਦੂਸਰਾ, ਸਿੱਖ ਨੇ ਨਾਮ ਜਪਣਾ। ਤੀਸਰਾ, ਸਿੱਖ ਨੇ ਵੰਡ ਕੇ ਛਕਣਾ, ਭਾਵ ਆਪਣਾ ਦਸਵੰਧ ਗੁਰੂ ਘਰ ਨੂੰ ਭੇਟ ਕਰਨਾ। ਚੌਥਾ, ਉਸਨੇ ਕੋਈ ਨਸ਼ਾ ਨਹੀਂ ਕਰਨਾ। ਸਿੱਖ ਕੋਈ ਨਸ਼ਾ ਨਹੀਂ ਕਰਿਆ ਕਰਦਾ। ਤੇ ਜਿਹੜਾ ਨਸ਼ਾ ਕਰਦਾ, ਸ਼ਰਾਬ ਪੀਂਦਾ ਜਾਂ ਕੋਈ ਹੋਰ ਨਸ਼ੇ ਕਰਦਾ, ਫੀਮ ਖਾਂਦਾ, ਭੁੱਕੀ ਖਾਂਦਾ, ਇਹ ਜਿਹੜਾ ਨਸ਼ਾ, ਉਹ ਸਿੱਖ ਨਹੀਂ ਹੈ। ਕਹੀ ਜੋ ਆਪਣੇ ਆਪ ਨੂੰ ਸਿੱਖ, ਉਹ ਤੇ ਸ਼ਕਲ ਸੂਰਤ ਦਾ ਸਿੱਖ ਹੈ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੈ। ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜੋ ਹੈ, ਗੁਰੂ ਨਾਨਕ ਉਹਨੂੰ ਆਪਣਾ ਸਿੱਖ ਹੀ ਨਹੀਂ ਗਿਣਦੇ। ਵੀ ਤੂੰ ਤੇ ਨਸ਼ੇ ਕਰਦਾ, ਮੈਂ ਕਿਤੇ ਕਿਹਾ ਨਸ਼ੇ ਕਰਨ ਨੂੰ। ਨੰਬਰ 4, ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ ਹੈ, ਕਿਉਂਕਿ ਅਸੀਂ ਗ੍ਰਸਤੀ ਬੰਦੇ ਹਾਂ। ਅਸੀਂ ਔਰਤਾਂ ਬੰਦਿਆਂ ਨੇ ਇਕੱਠਿਆਂ ਪੜ੍ਹਾਈਆਂ ਕਰਨੀਆਂ, ਇਕੱਠਿਆਂ ਦਫ਼ਤਰਾਂ 'ਚ ਕੰਮ ਕਰਨਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮੇਰੇ ਸਿੱਖ ਨੇ ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ। ਭਾਈ ਗੁਰਦਾਸ ਆਖਿਆ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣ। ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ। ਪਹਿਲੀ ਗੱਲ 10 ਨੂੰਹ ਦੀ ਕਿਰਤ ਕਰਨੀ ਹੈ। ਦੂਸਰਾ, ਕੋਈ ਨਸ਼ਾ ਨਹੀਂ ਕਰਨਾ। ਤੀਸਰਾ, ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ। ਚੌਥਾ, ਨਾਮ ਜਪਣਾ। ਪੰਜਵੇਂ, ਕਿਸੇ ਨੂੰ ਜਾਤ ਧਰਮ ਦੇ ਕਾਰਨ ਨਫ਼ਰਤ ਨਹੀਂ ਕਰਨੀ, ਵੀ ਇਹ ਦੂਜੀ ਜਾਤੀ ਦਾ, ਦੂਜੇ ਧਰਮ ਦਾ ਹੈ। ਬਹੁਤ ਸਾਰੇ ਲੋਕ ਅੱਜ ਦੂਜੇ ਧਰਮ ਵਾਲੇ ਨਫ਼ਰਤ ਕਰ ਰਹੇ ਨੇ। ਸਿੱਖ ਨੇ ਕਿਸੇ ਨੂੰ ਨਫ਼ਰਤ ਨਹੀਂ ਕਰਨੀ। ਸਿੱਖ ਨੂੰ ਕੋਈ ਕਰਦਾ ਕਰੀ ਜੋ ਆਪੇ ਭੋਗੇਗਾ। ਸਿੱਖ ਨੇ ਕਿਸੇ ਨੂੰ ਜਾਤ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਨੰਬਰ ਅਗਲਾ ਜਿਹੜਾ ਹੈ, ਕੋਈ ਵੀ ਕੰਮ ਕਰੋ, ਸਫਲਤਾ ਤੁਹਾਨੂੰ ਮਿਲ ਗਈ ਹੈ, ਉਹ 'ਚ ਹਉਮੈ ਨਹੀਂ ਕਰਨੀ। ਹਉਮੈ ਨਹੀਂ ਕਰਨੀ। ਐਂ ਕਹਿਣਾ ਸੱਚੇ ਪਾਤਸ਼ਾਹ ਇਹ ਤੇਰੀ ਕਿਰਪਾ ਹੋਈ ਹੈ, ਮੈਂ ਤਾਂ ਐਵੇਂ ਨਿਮਾਣਾ ਨਿਤਾਣਾ ਸੀ, ਇਹ ਤੂੰ ਕਿਰਪਾ ਕੀਤੀ, ਮੈਨੂੰ ਸਫਲਤਾ ਬਖਸ਼ੀ ਹੈ। ਇਹਨਾਂ ਗੱਲਾਂ 'ਤੇ ਪਹਿਰਾ ਦੇਣ ਵਾਲਾ ਹੀ ਸਿੱਖ ਅਖਵਾ ਸਕਦਾ ਹੈ। ਅਤੇ ਜਿਹੜਾ ਇਹ ਕੰਮ ਕਰੇਗਾ ਉਹ ਗਰੀਬ ਹੋ ਹੀ ਨਹੀਂ ਸਕਦਾ। ਮੈਂ ਦਾਅਵੇ ਨਾਲ ਕਹਿਣਾ, ਤੁਸੀਂ 10 ਨੂੰਹ ਦੀ ਕਿਰਤ ਕਰੋ, ਤੁਸੀਂ ਚਾਲ ਚੱਲ ਆਪਣਾ ਉੱਚਾ ਰੱਖੋ, ਤੁਸੀਂ ਕੋਈ ਨਸ਼ਾ ਨਾ ਕਰੋ, ਤੁਸੀਂ ਨਾਮ ਜਪੋ, ਤੁਸੀਂ ਕਿਸੇ ਨੂੰ ਨਫ਼ਰਤ ਨਾ ਕਰੋ, ਤੁਸੀਂ ਕੌੜਾ ਨਾ ਬੋਲੋ, ਤੁਸੀਂ ਸਤ ਸੰਗਤ ਕਰੋ, ਬਾਣੀ ਪੜ੍ਹੋ, ਨਾਮ ਜਪੋ, ਮੌਜ ਕਰੋ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਨਿਰਧਨ ਕੋ ਧਨ ਤੇਰੋ ਨਾਮ। ਇਹ ਪਰਮਾਤਮਾ ਤੇਰਾ ਨਾਮ ਹੀ ਅਸਲੀ ਨਿਰਧਨ ਦਾ ਧਨ ਹੈ। ਨਿਥਾਵੇਂ ਕੋ ਨਾਮ ਤੇਰਾ ਥਾਂ। ਜਿਹੜਾ ਨਿਥਾਵੇਂ, ਜਿਹਨੂੰ ਕੋਈ ਥਾਂ ਨਹੀਂ ਮਿਲਦਾ,
हे परमात्मा तेरा ਜਿਹੜਾ ਨਾਮ ਹੈ ਇਹ ਅਸਲ 'ਚ ਉਹਦੇ ਲਈ ਥਾਂ ਹੈ। ਨਿਮਾਣੇ ਕੋ ਪ੍ਰਭ ਤੇਰੋ ਮਾਣ, हे परमात्मा ਜਿਹੜਾ ਨਿਮਾਣਾ ਨਿਤਾਣਾ ਹੈ ਉਹਨੂੰ ਤੇ ਤੇਰਾ ਹੀ ਮਾਣ ਹੈ। ਹੁਣ ਤਾਂ ਤੇਰੇ ਤੇ ਹੀ ਮਾਣ ਹੈ ਵੀ ਮੈਂ ਤੇਰਾ ਨਾਮ ਜਪਦਾ, ਤੂੰ ਮੇਰਾ ਹੈ, ਤੂੰ ਮੇਰਾ ਮਾਣ ਹੈ। ਸਗਲ ਘਟਾਂ ਕੋ ਦੇਵੋ ਦਾਨ, हे परमात्मा ਤੂੰ ਤੇ ਸਾਰੇ ਜੀਵਾਂ ਨੂੰ ਇਹ ਦਾਤ ਦਿੰਦਾ, ਅਨੇਕਾਂ ਪ੍ਰਕਾਰ ਦਾ ਦਾਨ ਦਿੰਦਾ, ਅਨੇਕਾਂ ਪ੍ਰਕਾਰ ਦੀ ਦਾਤਾਂ ਦਿੰਦਾ, ਅਤੇ ਤੂੰ ਹੀ ਸਾਰੇ ਜੀਵਨ ਇਹ ਜਿਹੜਾ ਦਾਨ ਹੈ ਨਾਮ ਦਾਨ ਇਹ ਤੂੰ ਦਿੰਦਾ ਹੈ। ਕਰਨ ਕਰਾਵਨਹਾਰ ਸੁਆਮੀ, हे परमात्मा ਤੂੰ ਤੇ ਸਭ ਕੁਛ ਕਰਨ ਵਾਲਾ ਹੈ ਅਤੇ ਸਭ ਕੁਛ ਕਰਵਾਉਣ ਵਾਲਾ ਹੈ। ਪਰਮਾਤਮਾ ਸਭ ਕੁਛ ਕਰ ਸਕਦਾ ਹੈ, ਸਭ ਕੁਝ ਕਰਵਾ ਸਕਦਾ ਹੈ। ਸਗਲ ਘਟਾਂ ਕੇ ਅੰਤਰਜਾਮੀ, ਅੰਤਰਜਾਮੀ ਹੁੰਦਾ ਜਿਹੜੇ ਸਾਡੇ ਮਨ 'ਚ ਕੀ ਵਿਚਾਰ ਨੇ ਉਹਨੂੰ ਜਾਣ ਲਵੇ, ਜਿਹਨੂੰ ਕਹਿੰਦੇ ਜਾਣੀ ਜਾਣ। हे परमात्मा ਤੂੰ ਸਗਲ ਘਟਾਂ, ਤੂੰ ਸਾਰੇ ਹਿਰਦਿਆਂ ਦੀਆਂ ਜਾਣਦਾ ਹੈ, ਤੂੰ ਅੰਤਰਜਾਮੀ ਹੈ। ਆਪਣੀ ਗਤ ਮਿਤ ਜਾਣੋ ਆਪੇ, ਗਤ ਹੁੰਦੀ ਅਵਸਥਾ, ਮਿਤ ਹੁੰਦੀ ਸਮਰੱਥਾ, ਹੱਦ, ਹੱਦ ਬੰਨਾ। हे परमात्मा ਤੂੰ ਆਪਣੀ ਅਵਸਥਾ ਨੂੰ ਅਤੇ ਆਪਣੀ ਸਮਰੱਥਾ ਨੂੰ ਆਪ ਹੀ ਜਾਣਦਾ ਹੈ। ਅਸੀਂ ਤੇਰੀ ਨਾ ਅਵਸਥਾ ਨੂੰ ਜਾਣ ਸਕਦੇ ਹਾਂ, ਨਾ ਤੇਰੀ ਸਮਰੱਥਾ ਨੂੰ ਜਾਣ ਸਕਦੇ ਹਾਂ। ਆਪਨ ਸੰਗ ਆਪ ਪ੍ਰਭਰਾਤੇ, हे परमात्मा ਤੂੰ ਤੇ ਆਪਣੇ ਆਪ 'ਚ ਹੀ ਰੰਗਿਆ ਹੋਇਆ ਹੈ, ਤੂੰ ਆਪਣੇ ਆਪ ਦੇ ਵਿੱਚ ਹੀ ਰੰਗਿਆ ਹੋਇਆ, ਆਪਣੇ ਆਪ 'ਚ ਤੂੰ ਮਸਤ ਹੈ। ਤੁਮਰੀ ਉਸਤਤ ਤੁਮ ਤੇ ਹੋਏ, हे परमात्मा ਤੇਰੀ ਵਡਿਆਈ ਇੰਨੀ ਜ਼ਿਆਦਾ ਹੈ ਕਿ ਅਸੀਂ ਤੇਰੀ ਸਾਰੀ ਵਡਿਆਈ ਕਰ ਹੀ ਨਹੀਂ ਸਕਦੇ। ਇਸ ਲਈ ਜਿਹੜੀ ਤੇਰੀ ਉਸਤਤ ਹੈ ਨਾ, ਅਸਲ ਵਿੱਚ ਉਹ ਤੂੰ ਆਪ ਹੀ ਕਰ ਸਕਦਾ। ਆਪਣੀ ਉਸਤਤ ਨੂੰ ਅਸਲ ਵਿੱਚ ਤੂੰ ਆਪ ਹੀ ਜਾਣਦਾ ਹੈ। ਅਸੀਂ ਤਾਂ ਥੋੜ੍ਹੀ ਬਹੁਤੀ ਤੇਰੀ ਉਸਤਤ ਕਰ ਸਕਦੇ, ਤੇਰੀ ਟੋਟਲ ਉਸਤਤ ਅਸੀਂ ਨਹੀਂ ਕਰ ਸਕਦੇ। ਨਾਨਕ ਅਵਰ ਨਾ ਜਾਣਸ ਕੋਏ, ਤੇਰੀ ਉਸਤਤ ਨੂੰ ਹੋਰ ਕੋਈ ਜਾਣਦਾ ਹੀ ਨਹੀਂ। ਤੇਰੀ ਕਿੰਨੀ ਉਸਤਤ ਹੈ, ਤੇਰੀ ਕਿੰਨੀ ਵਡਿਆਈ ਹੈ, ਤੂੰ ਕਿੰਨਾ ਵੱਡਾ ਹੈ, ਤੂੰ ਕਿੰਨਾ ਮਹਾਨ ਹੈ, ਉਹ ਤੇਰੇ ਤੋਂ ਬਿਨਾਂ ਹੋਰ ਕੋਈ ਜਾਣ ਹੀ ਨਹੀਂ ਸਕਦਾ। ਸਤਿਕਾਰਯੋਗ ਸਾਧ ਸੰਗਤ ਜੀ, ਕੱਲ੍ਹ ਨੂੰ ਆਪਾਂ ਫਿਰ 8ਵੇਂ ਪਦ ਦੀ ਕਥਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।